ਵਾਹਿਗੁਰੂ ਸਾਹਿਬ ਜੀਓ। ਮਾਂਝ ਮਹਲਾ ਤੀਜਾ। ਮਨਮੁਖ ਪੜ੍ਹੈ ਪੰਡਤ ਕਹਾਵਹਿ, ਦੂਜੈ ਭਾਏ ਮਹਾ ਦੁਖ ਪਾਵਹਿ। ਮਨਮੁਖ ਪੜ੍ਹੈ ਪੰਡਿਤ ਕਹਾਵਹਿ, ਦੂਜੈ ਭਾਏ ਮਹਾ ਦੁਖ ਪਾਵਹਿ। ਬਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਣਿਆ। ਹਉ ਵਾਰੀ ਜਿਉ ਵਾਰੀ, ਹਉ ਮੈਂ ਮਾਰ ਮਿਲਾਵਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ। ਰਹਾਉ ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤਿ ਮਨ ਸੱਚੋ ਪਹਾਵੈ। ਸੱਚੋ ਸੱਚ ਰਵਹਿ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜੋ ਸੱਚ ਰਤੇ ਤਿਨ ਸੱਚੋ ਪਹਾਵੈ, ਆਪੇ ਦੇ ਨ ਪਛੋਤਾਵੈ। ਗੁਰ ਕੈ ਸ਼ਬਦ ਸਦਾ ਸਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਗੁਰ ਕੈ ਸ਼ਬਦ ਸਦਾ ਸਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੀਆਂ ਕੜੀਆਂ ਅਸੀਂ ਮਾਣ ਰਹੇ ਹਾਂ। ਇਹ ਸਮਾਂ ਗੁਰੂ ਸ਼ਬਦ ਵਿਆਖਿਆਨ ਦਾ, ਇਸ ਵਿੱਚ ਮਾਂਝ ਰਾਗ ਅਤੇ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤੇ ਗਏ ਉਪਦੇਸ਼ ਸਾਨੂੰ ਪ੍ਰਾਪਤ ਨੇ। ਸ਼ਬਦ ਦੀ ਵਿਚਾਰ ਬੀਤੇ ਕੱਲ ਰਹਾਉ ਦੇ ਪਦੇ ਤੋਂ ਪ੍ਰਾਰੰਭ ਕੀਤੀ ਸੀ। ਬੜੇ ਡਿਟੇਲਡ ਵੇ ਦੇ ਨਾਲ ਅਸੀਂ ਇਸ ਨੂੰ ਡਿਸਕਸ ਕਰਨ ਦਾ ਪ੍ਰਯਾਸ ਕਰ ਰਹੇ ਸੀ। ਅੱਜ ਸਰਸਰੀ ਨਜ਼ਰ ਹੈ ਰਹਾਉ ਤੇ ਬੰਦ ਤੇ ਉਪਰੰਤ 1 ਨੰਬਰ ਪਦੇ ਤੋਂ ਵਿਚਾਰ ਅੱਗੇ ਤੋਰਾਂਗੇ। ਗੁਰੂ ਅਮਰਦਾਸ ਸਾਹਿਬ ਕਹਿ ਰਹੇ ਸੀ, ਹਉ ਵਾਰੀ ਜਿਉ ਵਾਰੀ, ਹਉ ਮੈਂ ਮਾਰ ਮਿਲਾਵਣਿਆ। ਮੈਂ ਕੁਰਬਾਨ ਜਾਨਾ, ਵਾਰਨੇ ਜਾਨਾ ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਤੇ ਹਉਮੈ ਨੂੰ ਮਾਰਨ ਤੋਂ ਬਾਅਦ ਰੱਬ ਨਾਲ ਮਿਲ ਗਏ, ਆਪਣੇ ਆਪ ਨਾਲ ਮਿਲ ਗਏ, ਗੁਰੂ ਨਾਲ ਮਿਲ ਗਏ, ਸੱਚ ਨਾਲ ਮਿਲ ਗਏ। ਸੋ any way we can say, but that is reality. Once we are out of that egotist attitude, egotist behavior, then definitely we can enjoy the oneness with Almighty. ਸੋ ਦੀ ਬਾਤ ਹੋਈ, ਉਹਨਾਂ ਤੋਂ ਮੈਂ ਕੁਰਬਾਨ ਜਾਣਾ। ਹਉ ਮੈਂ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ। ਹਉਮੈ ਨੂੰ ਮਾਰਨ ਦਾ ਤਰੀਕਾ ਗੁਰ ਸੇਵਾ ਤੇ ਹਰ ਮਨ ਵਸਿਆ। ਇਹਦੇ ਨਾਲ ਹਰੀ ਮਨ ਵਸਦਾ ਤੇ ਹਉਮੈ ਤੋਂ ਛੁਟਕਾਰਾ ਹੋ ਜਾਂਦਾ। ਇਸ ਤਰ੍ਹਾਂ ਕਹਿ ਲਓ ਕਿ ਕਿਸੇ ਨੇ ਆਪਣੇ ਜੀਵਨ ਦੇ ਵਿੱਚ ਲਿਟਰਸੀ ਲੈ ਕੇ ਆਉਣੀ ਹੈ, ਸਿੱਖਿਆ ਲੈ ਕੇ ਆਉਣੀ ਹੈ। ਅਸਿੱਖਿਅਤ ਭਾਵ ਨੂੰ ਮਾਰਨਾ ਹੈ, ਗਿਆਨਤਾ ਨੂੰ ਮਾਰਨਾ ਹੈ। ਇਹਦੇ ਲਈ ਤਰੀਕਾ, ਸਿੰਪਲ ਤਰੀਕਾ ਇਹ ਹੈ ਕਿ ਸਕੂਲ ਜਾਣ ਲੱਗ ਜੇ, ਜੋ ਟੀਚਰ ਕਹਿੰਦਾ ਉਹਨੂੰ ਫੋਲੋ ਕਰਨ ਲੱਗ ਜੇ। ਟੀਚਰ ਦੀਆਂ ਜਿਹੜੀਆਂ ਇੰਸਟਰਕਸ਼ਨਸ ਨੇ, ਉਹਦਾ ਜਿਹੜਾ ਕੰਮਕਾਰ ਹੈ ਕਰਾਉਣ ਦਾ ਤਰੀਕਾ, ਉਹਨੂੰ ਫੋਲੋ ਕਰਨ ਲੱਗ ਜੇ। ਅਲਟੀਮੇਟਲੀ ਕੀ ਹੋਏਗਾ? ਤਾਲੀਮ ਆ ਜਾਏਗੀ। ਇਹੋ ਚੀਜ਼ ਗੁਰੂ ਦੀ ਹੈ। ਗੁਰੂ ਵਾਲ ਤੁਰ ਪਵੋ, ਗੁਰੂ ਦੇ ਰਾਗ ਤੇ ਹੋ ਅੱਗੇ ਵਧ ਅਗਰਸਰ ਹੋਵੋ, ਤੇ ਗੁਰੂ ਐਸਾ ਪਾਠ ਪੜ੍ਹਾਏਗਾ, ਐਸੀ ਸੋਚ ਦੇਗਾ, ਐਸਾ ਕਾਇਦਾ ਸਿਖਾਏਗਾ ਕਿ ਵਿੱਚੋਂ ਆਪਣੇ ਆਪ ਹਉਮੈ ਐਲੀਮੀਨੇਟ ਹੋ ਜਾਏਗੀ। ਦੈਟ ਇਜ਼ ਦ ਐਕਚੁਅਲੀ meaning behind these words or behind these lines. Baba Ji saying, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ। ਫਿਰ ਇਹ ਵੀ ਹੈ, ਇਹਦੇ 'ਚ ਇਸ ਜੀਵਨ ਦਾ ਇੱਕ ਰਸ ਹੈ, ਇੱਕ ਮਤਲਬ ਇਹਦੇ 'ਚ ਇੱਕ ਸਹੀ ਰੂਪ ਵਿੱਚ ਕਿਹਾ ਜਾਏ ਖੁਸ਼ੀ ਹੈ। ਤੇ ਇਹ ਜਦੋਂ ਬੰਦਾ ਉਸ ਨੂੰ ਪੀਂਦਾ ਉਦੋਂ ਹੀ ਪਤਾ ਲੱਗਦਾ, ਉਸ ਤੋਂ ਬਿਨਾਂ ਨਹੀਂਗਾ। ਤੇ ਇਹ ਸਹਿਜ ਪਿਆਵਣਿਆ, ਫੋਰਸਫੁਲੀ ਨਾ ਕਿਸੇ ਨੂੰ ਪਿਆਇਆ ਜਾ ਸਕਦਾ, ਨਾ ਕੋਈ ਫੋਰਸਫੁਲੀ ਆਪ ਪੀ ਸਕਦਾ।
That is also, it's a blessing from Vaheguru Ji, if we are able to get it, or Vaheguru actually show some sort of grace on us, then we can actually enjoy this type of life. Otherwise, ਹਉਮੈ ਚ ਜਿੰਦਾ ਬੰਦਾ, ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ, ਹਉਮ ਵਿੱਚ ਮੂਆ, ਹਉਮੈ ਚ ਜੰਮਿਆ ਸੀਗਾ, ਹਉਮ ਵਿੱਚ ਹੀ ਮਰ ਗਿਆ। ਇਸੇ ਰੂਪ ਵਿੱਚ ਜੀਵਨ ਚੱਲ ਜਾਂਦਾ। ਸ਼ੁਰੂਆਤੀ ਪਦ ਹੈ ਇਹਦਾ, ਮਹਾਰਾਜ ਕਹਿੰਦੇ ਮਨਮੁਖ ਪੜ੍ਹੈ ਪੰਡਤ ਕਹਾਵੈ। ਹੁਣ ਇੱਥੇ ਬਾਤ ਕੀਤੀ ਜਾ ਰਹੀ ਹੈ, ਦੇਖੋ ਆਪਾਂ ਬਾਈ ਚਾਂਸ ਵਿਦਿਆ ਦੀ ਐਗਜ਼ਾਮਪਲ ਕੀਤੀ। ਵਿਦਿਆ ਦਾ ਮਤਲਬ ਹੁੰਦਾ ਹੈ ਰੌਸ਼ਨੀ, ਮਤਲਬ ਦੀਵਾ ਬਲਦਾ, ਇਨਲਾਈਟਮੈਂਟ। ਹੁਣ ਜਿੱਥੇ ਇਨਲਾਈਟਮੈਂਟ ਹੋਏਗੀ ਉੱਥੇ ਤੇ ਅਗਿਆਨਤਾ, ਹਨੇਰਾ ਨਹੀਂ ਹੋਏਗਾ। ਜਿੱਥੇ ਹਨੇਰਾ ਨਹੀਂ ਹੋਏਗਾ ਉੱਥੇ ਠੋਕਰਾਂ ਵੀ ਨਹੀਂ ਖਾਏਗਾ ਬੰਦਾ। ਪਰ ਅਨਫੋਰਚੂਨੇਟਲੀ ਕਈ ਵਾਰੀ ਦੀਵੇ ਦੇ ਥੱਲੇ ਵੀ ਹਨੇਰਾ ਹੁੰਦਾ ਹੈ। ਜਿਵੇਂ ਸੂਫੀ ਬੁੱਲੇ ਸ਼ਾਹ ਲਿਖਦਾ, ਉਹ ਕਹਿੰਦਾ ਕਿ ਬੁੱਲਿਆ ਮੁੱਲਾਂ ਅਤੇ ਮਸਾਲਚੀ ਦੋਨੋਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਮਤਲਬ ਮਸਾਲਚੀ ਮਸ਼ਾਲ ਫੜੀ ਉਹਨੇ ਹੱਥ ਦੇ ਵਿੱਚ, ਸਾਰਾ ਕਾਫਲਾ ਉਹਦੀ ਮਸ਼ਾਲ ਦੀ ਰੌਸ਼ਨੀ ਵੇਖ ਕੇ ਬਿਲਕੁਲ ਰੌਸ਼ਨੀ 'ਚ ਜਾ ਰਿਹਾ, ਆਪ ਠੋਕਰਾਂ ਖਾ ਰਿਹਾ, ਮਸ਼ਾਲ ਦੇ ਥੱਲੇ ਬੈਠਾ ਹੋਇਆ। ਕਈ ਵਾਰੀ ਜਿਹੜੀ ਵਿਦਿਆ ਦੀ ਬਾਤ ਹੈ, ਜਿਹੜੀ ਤਾਲੀਮ ਦੀ ਬਾਤ ਹੈ, ਤੇ ਖਾਸ ਕਰਕੇ ਇੱਥੇ ਧਰਮ ਗ੍ਰੰਥਾਂ ਦੀ ਗੱਲ ਹੋ ਰਹੀ ਹੈ, ਕਿਉਂਕਿ ਮਨਮੁਖ ਪੜ੍ਹੇ ਪੰਡਤ ਕਹਾਵੈ। ਪੰਡਤ ਇੱਕ ਰਿਲੀਜੀਅਸ ਬਾਡੀ, ਰਿਲੀਜੀਅਸ ਜਮਾਤ ਜਿਹੜੀ ਹੈ, ਇਸ ਨੂੰ ਸਪੈਸੀਫਿਕ ਇੱਕ ਪੰਡਤ ਨਾਲ ਨਾ ਜੋੜਿਆ ਜਾਏ, ਇਸ ਨੂੰ ਇਨ ਜਨਰਲ ਕੀਤਾ ਜਾਏ। ਕਿਉਂਕਿ ਅਮਰੀਕਾ 'ਤੇ ਪੰਡਤ ਉਹੋ ਜਿਹੇ ਨਹੀਂ ਹੈਗੇ, ਆਸਟ੍ਰੇਲੀਆ 'ਤੇ ਪੰਡਤ ਨਹੀਂ ਹੈਗੇ, ਅਫਰੀਕਾ 'ਤੇ ਪੰਡਤ ਨਹੀਂ ਹੈਗੇ, ਪਰ ਰਿਲੀਜੀਅਸ ਬਾਡੀ ਤਾਂ ਇੱਥੇ ਵੀ ਹੈਗੀ ਹੈ, ਰਿਲੀਜੀਅਸ ਜਮਾਤ ਇੱਥੇ ਵੀ ਹੈਗੀ, ਜਿਹੜੀ ਰਿਲੀਜੀਅਸ ਇੱਕ ਖਾਸ ਕਰਕੇ ਜਿਹੜੀ ਕਹਿ ਲਓ ਕਿ ਕੈਟਾਗਰੀ ਹੈਗੀ, ਕਲਾਸ ਹੈਗੀ ਹੈ। ਅਤੇ ਉਹਨਾਂ ਦੇ ਵਿੱਚ ਵੀ ਕਲਟ ਦਿਸਦਾ ਆ। ਉਸ ਕਲਟ ਨੂੰ ਗੁਰੂ ਮਹਾਰਾਜ ਨੇ ਐਡਰੈਸ ਕੀਤਾ। ਅਕਸਰ ਗੱਲ ਇਹ ਹੋਈ ਕਿ ਜਿਵੇਂ ਧਰਮ ਦੀ ਆਭਾ ਆ, ਅਧਰਮੀ ਲੋਕਾਂ ਕਰਕੇ ਧਰਮ ਦੀ ਆਭਾ ਨਹੀਂ ਫੈਲਦੀ, ਇਹ ਗਲਤ ਹੈ। ਮਾਫੀ ਚਾਹਾਂ। ਜੋ ਧਰਮੀ ਲੋਕ ਧਰਮੀ ਹੋਣ ਦਾ ਦਾਅਵਾ ਕਰਦੇ ਤੇ ਧਰਮ ਕੋਲ ਨਾ ਹੁੰਦਾ, ਉੱਥੋਂ ਧਰਮ ਦੀ ਆਭਾ ਟੁੱਟਦੀ, ਹਿਪੋਕ੍ਰੇਸੀ। ਸੋ ਇਹ ਹੈ, ਜਦੋਂ ਬੰਦਾ ਧਰਮ ਦੇ ਖੇਤਰ ਦੇ ਵਿੱਚ ਹੈ, ਕਿਸੇ ਚੀਜ਼ ਦੇ ਵਿੱਚ ਵੀ, ਕਿਸੇ ਰੂਪ ਦੇ ਅੰਦਰ ਵੀ। ਹੁਣ ਆਪਾਂ ਦੇਖੀਏ, ਹੁਣ ਗ੍ਰੰਥ ਦੀ ਬਾਤ ਕਰੀਏ, ਕਿਸੇ ਵਿਦਿਆ ਦੇਣ ਵਾਲੇ ਉਸ ਸੋਰਸ ਦੀ ਬਾਤ ਕਰੀਏ, ਸਕ੍ਰਿਪਚਰ ਦੀ, ਉਸ ਨੂੰ ਪੜ੍ਹਿਆ ਗਿਆ ਤੇ ਉਹਦੇ ਵਿੱਚ ਕੁਝ ਸਿੱਖਿਆਵਾਂ ਨੇ। ਉਹਨਾਂ ਸਿੱਖਿਆਵਾਂ ਨੂੰ, ਉਹਨਾਂ ਟੀਚਿੰਗਸ ਨੂੰ ਬੰਦਾ ਅਡਾਪਟ ਕਰੇ, ਜੀਵਨ ਵਿੱਚ ਧਾਰਨ ਕਰੇ, ਤੇ ਕਰੇ ਵੀ ਉਸ ਤਰੀਕੇਕਾਰਤਾ ਦੇ ਨਾਲ। ਜਿਵੇਂ ਸਪੋਜ਼ ਮਨਮੁਖ ਪੜ੍ਹੈ ਪੰਡਤ ਕਹਾਵੈ, ਮਨ ਦੇ ਮੁਰੀਦ ਬਣ ਕੇ ਕਿਸੇ ਚੀਜ਼ ਨੂੰ ਪੜ੍ਹਨਾ ਤੇ ਫਿਰ ਆਪਣੇ ਆਪ ਨੂੰ ਵਿਦਵਾਨ ਅਖਵਾਉਣਾ। ਇੱਕ ਹਰ ਚੀਜ਼ ਨੂੰ ਪੜ੍ਹਨ ਦਾ ਉਹਦਾ ਇੱਕ ਕ੍ਰਾਈਟੀਰੀਆ ਹੁੰਦਾ ਆ, ਉਹਦੀ ਇੱਕ ਅਪਰੋਚ ਹੁੰਦੀ ਹੈ। ਜਿਵੇਂ ਆਪਾਂ ਇੱਕ ਦਿਨ ਬਾਤ ਕੀਤੀ ਸੀ ਕਿ ਯੂਰੋਸੈਂਟਰਿਕ ਅਪਰੋਚ ਦੇ ਅੰਦਰ ਚੀਜ਼ਾਂ ਨੂੰ ਪੜ੍ਹਿਆ ਜਾਂਦਾ, ਜਾਂ ਕਿਸੇ ਕਮਿਊਨਿਜ਼ਮ ਦੇ ਅੰਡਰ ਸੋਚ 'ਚ ਪੜ੍ਹਿਆ ਜਾਂਦਾ, ਜਾਂ ਕਿਸੇ ਹੋਰ ਇਨਫਲੂਐਂਸ ਦੇ ਅੰਡਰ ਪੜ੍ਹਿਆ ਜਾਂਦਾ। ਜਾਂ ਕਈ ਵਾਰੀ ਵੀ ਹੋਇਆ, ਬੰਦਾ ਚੀਜ਼ ਕੁਛ ਪੜ੍ਹ ਰਿਹਾ ਤੇ ਉਸ ਨੂੰ ਪੜ੍ਹਨ ਵਾਸਤੇ ਤਰੀਕਾ ਕੋਈ ਹੋਰ ਅਡਾਪਟ ਕਰ ਲਿਆ ਹੈਗਾ। ਜਿਵੇਂ ਮਾਫੀ ਮੰਗਾਂ ਮੈਂ ਤੇ ਬਦਲਾ ਅਦਨਾ ਜਾਂ ਮਨੁੱਖਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਆਪਾਂ ਨੇ ਦੇਖਿਆ ਹੋਏਗਾ, ਪੰਜਾਬ ਦੀ ਫਿਜ਼ਾਨ ਦੇ ਵਿੱਚ ਲੋਕਾਂ ਨੇ ਕੁਝ ਸੰਪਟ ਪਾਠ ਵੀ ਕਰਨੇ ਸ਼ੁਰੂ ਕੀਤੇ, ਕੁਝ ਡਿਫਰੈਂਟ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ। ਹਾਲਾਂਕਿ ਜੇ ਬਾਣੀ ਨੂੰ ਥੋੜ੍ਹਾ ਜਿਹਾ ਤੁਸੀਂ ਧਿਆਨ ਨਾਲ ਪੜ੍ਹੋਗੇ ਤੇ ਬਾਣੀ 'ਚ ਲਿਟਰਲੀ ਤੌਰ 'ਤੇ ਲਿਖਿਆ ਮਿਲ ਜਾਏਗਾ ਵੀ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ। ਇਹਦਾ ਕੀ ਫਾਇਦਾ ਆ? ਮਹਾਰਾਜ ਤੇ ਬਿਆਨ ਕਰਦੇ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਕੱਲਾ ਪੜ੍ਹਨ ਨਾਲ ਤੇ ਕੁਛ ਨਹੀਂ ਹੋਣਾ, ਬੁੱਝੇਗਾ ਜੇ ਵਿਚਲੀ ਬੁਝਾਰਤ ਨਹੀਂ ਜਾਣੇਗਾ ਉਹਦੇ 'ਚ ਲਿਖਿਆ ਕੀ ਹੈ, ਤੇਰੇ ਪੱਲੇ ਕੁਛ ਨਹੀਂ ਪੈਣਾ। ਪਰ ਜੇ ਮਨ ਦਾ ਮੁਰੀਦ ਕਹੇ ਵੀ ਨਹੀਂ ਮੈਂ ਤੇ ਆਹ ਚੀਜ਼ ਕਰ ਰਿਹਾ, ਪਰ ਮਨਮੁਖ ਹੋ ਕੇ ਕਰ ਰਿਹਾ, ਗੁਰਮੁਖ ਹੋ ਕੇ ਨਹੀਂ ਕਰ ਰਿਹਾ, ਉਹਦਾ ਬੈਨੀਫਿਟ ਕੀ ਹੈ? ਮਹਾਰਾਜ ਕਹਿੰਦੇ ਜਿੱਡਾ ਮਰਜੀ ਸਕਾਲਰ ਵੀ ਕਿਉਂ ਨਾ ਹੋਵੇ, ਕਿਆ ਮਨਮੁਖ ਪੜ੍ਹੈ ਪੰਡਤ ਕਹਾਵੈ, ਦੂਜੈ ਭਾਏ ਮਹਾ ਦੁਖ ਪਾਵੈ। ਦੂਜੈ ਭਾਏ ਮਤਲਬ ਜਿਹੜਾ ਲਿਟਰਲੀ ਤੌਰ ਤੇ ਤਰੀਕਾਕਾਰਤਾ ਬਣਦੀ ਹੈ, ਉਹਦੇ ਤੋਂ ਬਿਲਕੁਲ ਜਿਹੜਾ ਆ ਡਿਫਰੈਂਟ ਤਰੀਕਾ ਅਡਾਪਟ ਕਰ ਲਿਆ। ਜੋ ਕਰਨਾ ਚਾਹੀਦਾ ਸੀਗਾ ਉਹ ਨਾ ਕਰਕੇ ਉਹਦੇ ਆਪੋਜ਼ਿਟ ਰਾਹ ਪਕੜ ਲਿਆ।
ਦੂਜੇ ਪਾਏ ਮਹਾ ਦੁੱਖ ਪਾਵੇਂ, ਫਿਰ ਮਹਾ ਦੁੱਖ ਪ੍ਰਾਪਤ ਕਰਦੇ। ਫਿਰ ਉਹਦੇ 'ਚ ਉਸ ਦੁੱਖ ਤੋਂ ਬੰਦਾ ਬਚ ਨਹੀਂ ਸਕਦਾ। ਆਪਾਂ ਬਹੁਤ ਸਿੰਪਲ ਕਰੀਏ ਇਸ ਨੂੰ ਹੋਰ ਜ਼ਿਆਦਾ, ਜਿਵੇਂ ਵਰਲਡ ਵਾਈਡ ਜਿਹੜੀਆਂ ਰਿਲੀਜੀਅਸ ਮਿਨੋਰਿਟੀਜ਼ ਨੇ ਉਹ ਅੰਡਰ ਮਤਲਬ ਬੜੀ ਕਹਿ ਲਓ ਕਿ ਟਫ ਟਾਈਮ ਵਿੱਚੋਂ ਲੰਘ ਰਹੀਆਂ ਨੇ ਦੁਨੀਆ ਭਰ ਦੇ ਵਿੱਚ। ਤੁਸੀਂ ਯਜ਼ੀਦੀ ਦਾ ਦੇਖਿਆ ਹੋਣਾ ਹਾਲ, ਉੱਥੇ ਕੁਰਦਿਸ਼ ਦਾ ਹਾਲ ਦੇਖਿਆ ਹੋਣਾ ਤੁਸੀਂ। ਇਸ ਤੋਂ ਬਿਨਾਂ ਰੀਸੈਂਟਲੀ ਜਿਹੜੇ ਰੋਹਿੰਗਿਆ ਸੀਗੇ ਉਹਨਾਂ ਦਾ ਹਾਲ ਦੇਖਿਆ ਹੋਣਾ ਤੁਸੀਂ। ਤੁਸੀਂ ਜੇ ਇਹਨਾਂ ਚੀਜ਼ਾਂ ਨੂੰ ਦੇਖੋਗੇ ਤੇ ਕਮਾਲ ਹੈ, ਉਹਨਾਂ ਨੇ ਕੀ ਗੁਨਾਹ ਕੀਤਾ। ਰੋਹਿੰਗਿਆਜ਼ ਦਾ ਕੀ ਗੁਨਾਹ ਆ? ਇਹ ਗੁਨਾਹ ਹੈ ਕਿ ਬਲੀਫ ਸਿਸਟਮ ਨੂੰ ਅਡਾਪਟ ਕਰਦੇ ਨੇ। ਉਹ ਜਿਹੜਾ ਮਿਆਂਮਾਰ ਹੈਗਾ ਉੱਥੇ ਉਹ ਬਲੀਫ ਸਿਸਟਮ ਦੇ ਉਹਨਾਂ ਦੀ ਗਿਣਤੀ ਘੱਟ ਹੈ ਅਤੇ ਉਹ ਕਹਿੰਦੇ ਆਪਾਂ ਇਹਨਾਂ ਨੂੰ ਪ੍ਰਤਾੜਿਤ ਕਰਾਂਗੇ। ਇਨ ਬਿਨ ਯਜ਼ੀਦੀ ਦੀ ਕਹਿ ਲਓ, ਕੁਰਦਿਸ਼ ਦੀ ਗੱਲ ਕਰ ਲਓ, ਜਾਂ ਹੋਰ ਡਿਫਰੈਂਟ ਸ਼ੀਆ ਸੁੰਨੀ ਦੇ ਕੌਨਸੈਪਟ ਵਿੱਚ ਤੁਸੀਂ ਇਸ ਤਰੀਕੇ ਨਾਲ ਦੇਖ ਲਓਗੇ। ਪਰ ਇਹਦੇ 'ਚ ਇਹ ਵੀ ਗੱਲ ਹੈ ਕਿ ਆਪਣਾ ਹਾਲ ਤਾਂ ਸਾਨੂੰ ਪਤਾ ਹੀ, ਸਾਡੇ ਬਾਰੇ ਤੇ ਆਪ ਤੇ ਚਲੋ ਅਸੀਂ ਮਿਸਾਲ ਦੇ ਹੀ ਸਕਦੇ ਹਾਂ। ਪਰ ਇਹਦੇ 'ਚ ਕੁਛ ਚੀਜ਼ਾਂ ਇਹ ਵੀ ਨੇ ਕਿ ਦੂਸਰੇ ਦੇ 'ਚ ਫਾਲਟ ਕੱਢਣ ਦੀ ਬਜਾਏ ਜਿਹੜੀ ਇਸ ਕਿਸਮ ਦੀ ਕੋਈ ਕਮਿਊਨਿਟੀ ਹੈ ਆਪਣੇ ਵੱਲ ਵੀ ਥੋੜ੍ਹਾ ਝਾਤ ਮਾਰ ਕੇ ਦੇਖੇ ਕਿ ਅਲਟੀਮੇਟਲੀ ਜੋ ਉਹਨਾਂ ਨੂੰ ਕਿਹਾ ਦੱਸਿਆ ਜਾ ਰਿਹਾ ਜਾਂ ਜੋ ਵਿਖਾਵਾ ਕਰ ਰਹੇ ਨੇ ਕਿ ਵਾਕਿਆ 'ਚ ਉਹਦੇ ਫੋਲੋਵਰ ਵੀ ਹੈਗੇ ਨੇ। ਉਹ ਜੇ ਉਹਦੇ ਫੋਲੋਵਰ ਹੋਣਗੇ ਤੇ ਫਿਰ ਤੇ ਐਸਾ ਨਹੀਂ ਹੋ ਸਕਦਾ ਕਿ ਉਹਨਾਂ ਦੇ ਕੋਲ ਉਹਦਾ ਕੋਈ ਸੋਲੂਸ਼ਨ ਨਾ ਹੋਵੇ। ਜਿੱਥੇ ਬੰਦਾ ਵਿਖਾਵਾ ਇੱਕ ਕਰਦਾ, ਫੋਲੋਵਰ ਹੈ ਨਹੀਂ ਉਹਦਾ, ਉਸ ਚੀਜ਼ ਨੂੰ ਜਿਸ ਨੇਸ਼ਨਹੁੱਡ ਦੀ ਅਸੀਂ ਗੱਲ ਕਰਦੇ ਉਸ ਨੇਸ਼ਨਹੁੱਡ ਦੇ ਅਸੀਂ ਕਲੋਜ਼ ਬਾਏ ਵੀ ਨਹੀਂ ਹੈਗੇ। ਮਾਫੀ ਮੰਗਾਂਗਾ, ਮੈਂ ਆਪਣੇ ਤੌਰ ਤੇ ਬਾਤ ਕਰ ਰਿਹਾ। ਐਂਡ ਸੇਮ ਟਾਈਮ ਅਸੀਂ ਫਿਰ ਸਾਰਾ ਦੁੱਖ ਭੋਗਦੇ, ਫਿਰ ਸੋਚਦੇ ਕਿਉਂ ਭਈ। ਗੱਲ ਇਹ ਹੈ ਜੇ ਆਪਾਂ ਬਾਣੀ 'ਚ ਪੜ੍ਹੀਏ, ਮਹਾਰਾਜ ਕਹਿੰਦੇ ਕਿ ਸੱਚਾਈ ਇਹ ਹੈ ਕਿ ਜਦੋਂ ਬੰਦਾ ਗੁਰਬਾਣੀ ਜਿਹੜੀ ਵਰਗੀ ਆਸ਼ਾ ਜਿਵੇਂ ਹੈਗਾ ਤੇ ਉਹਦੇ ਤੋਂ ਬੰਦਾ ਟੁੱਟ ਜਾਏਗਾ ਤੇ ਉਹਦੇ 'ਚ ਹੋਏਗਾ ਇਹ ਕਿ ਜਿਉਂ ਪੱਕਾ ਰੋਗੀ ਵਿਲ ਲਾਏ, ਜਿਵੇਂ ਮਤਲਬ ਪੱਕਾ ਕੋੜ ਦਾ ਰੋਗੀ ਵਿਲਕਦਾ ਐਵੇਂ ਰੋਗ ਵਿਲਕੇਗਾ। ਸੋ ਉਹ ਕੰਡੀਸ਼ਨ ਸਾਡੇ ਸਾਹਮਣੇ ਅਸੀਂ ਵੇਖ ਹੀ ਪਾ ਰਹੇ ਹਾਂ। ਪਰ ਦੂਜੇ ਪਾਏ ਰਿਐਲਿਟੀ ਦੇ ਜਿਹੜੀ ਚੀਜ਼ ਹੈ ਉਸ ਨੂੰ ਅਸੀਂ ਐਕਸੈਪਟ ਤੇ ਅਡਾਪਟ ਨਹੀਂ ਕੀਤਾ। ਸਿੱਖੀ ਦੀ ਐਕਸਰਸਾਈਜ਼ ਜਿਹੜੀ ਕਰਨੀ ਬਣਦੀ ਸੀਗੀ ਉਹ ਨਹੀਂ ਕੀਤੀ। ਜਿਹਨੂੰ ਹੋਰ ਸਿੰਪਲ ਕੀਤਾ ਜਾਏ, ਡੈਮੋਕ੍ਰੈਟਿਕ ਸਿਸਟਮ ਅੱਜ ਵੋਟਾਂ ਦੀ ਸਿਰਾਂ ਦੀ ਗਿਣਤੀ ਨਾਲ ਚੀਜ਼ਾਂ ਚੱਲਦੀਆਂ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ, ਮੈਟਾਫੋਰ ਆ। ਮਹਾਰਾਜ ਕਹਿੰਦੇ ਕਿ ਸਾਹੁਰੜੀ ਵਥ ਸਭ ਕਿਛ ਸਾਂਝੀ ਪੇਵ ਕੜੇ ਤਨ ਵਖੇ, ਆਪ ਕੁਚੱਜੀ ਦੋਸ਼ ਨਾ ਦੇਉ ਜਾਣਾ ਨਾ ਹੀ ਰੱਖੇ। ਮੇਰੇ ਸਾਹਿਬ ਹਉ ਆਪੋ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਇਹਨੂੰ ਕਈ ਵਾਰੀ ਬੜੀ ਸੁਪਰਫਿਸ਼ੀਅਲ ਵੇ ਨਾਲ ਵੀ ਅੰਡਰਸਟੈਂਡ ਕਰਨ ਦੀ ਟਰਾਈ ਕੀਤੀ ਜਾਂਦੀ। ਆਪਾਂ ਇਸ ਮੈਟਾਫੋਰ ਨੂੰ ਥੋੜਾ ਡੀਪ ਲੈਵਲ ਤੇ ਦੇਖਦੇ ਹਾਂ। ਬਾਬਾ ਜੀ ਕਹਿੰਦੇ ਸਾਹੁਰੜੀ ਵਥ ਸਭ ਕਿਛ ਸਾਂਝੀ। ਇੱਕ ਇਸਤਰੀ ਆਪਣੇ ਪੇਕੇ ਘਰੋਂ ਵਿਆਹ ਕੇ ਸਹੁਰੇ ਘਰ ਆਈ। ਸਹੁਰੇ ਘਰ ਆ ਕੇ ਕਹਿੰਦੀ ਮੈਂ ਵਿਆਹ ਕੇ ਆਈ ਹਾਂ, ਇਸ ਘਰ ਦੀ ਹਰ ਚੀਜ਼ ਤੇ ਮੇਰਾ ਹੱਕ ਹੈ ਬਰਾਬਰ ਦਾ। ਬਿਲਕੁਲ ਠੀਕ ਹੈ ਭਾਈ, ਐਜ਼ ਏ ਨੋ ਤੇਰਾ ਹੱਕ ਹੈ ਉਸ ਰੂਪ ਦੇ ਵਿੱਚ। ਪਰ ਸਾਹੁਰੜੀ ਵਥ ਸਭ ਕਿਛ ਸਾਂਝੀ ਪੇਵਕੜੇ ਤਨ ਵਖੇ, ਜਿਹੜਾ ਪੇਕੇ ਘਰ ਤੋਂ ਕੁਝ ਧਨ ਲੈ ਕੇ ਆਈ, 4 ਭਾਂਡੇ ਲੈ ਕੇ ਆਈ ਜਾਂ ਕੁਝ ਡੈਕੋਰੇਟਿਵ ਪੀਸ ਸੀ, ਕੁਛ ਸੀਗੇ, ਉਹਨਾਂ ਸਾਰਿਆਂ ਨੂੰ ਵੱਖਰਾ ਆਪਣੀ ਅਲਮਾਰੀ 'ਚ ਰੱਖ ਕੇ ਲੌਕ ਕਰਦੇ। ਨੋ ਵਨ ਕੈਨ ਟੱਚ ਇਟ ਬਿਕੋਜ਼ ਆਈ ਬ੍ਰਿੰਗ ਫਰਮ ਮਾਈ ਇਟਲੀ ਪੇਕਾ ਘਰ, ਨੋ ਵਨ ਕੈਨ ਟੱਚ ਇਟ। ਬਟ ਜੋ ਕੋਈ ਤੁਹਾਡੇ ਕਰਦਾ ਸਾਂਝਾ, ਇਹਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਆ ਇਹ ਮੇਰੇ ਤੇ ਮੇਰਾ ਹੱਕ ਬਣਦਾ। ਸਾਹੁਰੜੀ ਵਥ ਸਭ ਕਿਛ ਸਾਂਝੀ ਪੇਵਕੜੇ ਤਨ ਵਖੇ, ਆਪ ਕੁਚੱਜੀ ਦੋਸ਼ ਨਾ ਦਿਓ। ਕੁਚੱਜ ਤੇ ਆਪਣੇ ਵਿੱਚ ਆ, ਦੋਸ਼ ਕਿਸੇ ਨੂੰ ਕੀ ਦੇਂਗੀ। ਜਾਣਾ ਨਾ ਹੀ ਰੱਖੇ, ਤੈਨੂੰ ਨਹੀਂ ਪਤਾ ਆਪਣੀ ਲੱਜ ਕਿਵੇਂ ਰੱਖੀ ਦੀ ਹੈ, ਤੈਨੂੰ ਨਹੀਂ ਪਤਾ ਕਿਸ ਤਰੀਕੇ ਦਾ ਜਿਹੜਾ ਬਿਹੇਵੀਅਰ ਹੋਣਾ ਚਾਹੀਦਾ ਹੈਗਾ। ਹੁਣ ਮੈਂ ਆਪਣੇ ਲੈਵਲ ਤੇ ਲੈ ਆਈਏ, ਸਾਂਝੀਵਾਲਤਾ ਦੀ ਗੱਲ ਹੋਏ, ਸਭ ਨੂੰ ਇੱਕੋ ਨਜ਼ਰ ਨਾਲ ਵੇਖਣ ਦੀ ਗੱਲ ਹੋਏ, ਕਾਨੂੰਨ ਦੀ ਸਮਾਨਤਾ ਦੀ ਗੱਲ ਹੋਏ, ਸਭ ਚੀਜ਼ਾਂ ਵੀ ਆਰ ਦਾ ਵਿਕਟਮ ਆਫ ਆਲ ਦੀਸ ਥਿੰਗਸ। ਬਟ ਦ ਸੇਮ ਟਾਈਮ ਜਿੱਥੇ ਆਪਣਾ ਕੁਝ ਬਣੇ, ਮਤਲਬ ਆਪਣੇ ਹਿੱਸੇ 'ਚ ਜਿਹੜੀ ਚੀਜ਼ ਆਵੇ, ਉੱਥੇ ਜ਼ਾਤ ਪਾਤ ਵੀ ਹੋਵੇ, ਉੱਥੇ ਊਚ ਨੀਚ ਵੀ ਹੋਵੇ, ਉੱਥੇ ਅਮੀਰ ਗਰੀਬ ਦਾ ਵੀ ਫਰਕ ਹੋਵੇ, ਉੱਥੇ ਭਾਈ ਭਤੀਜਾਵਾਦ ਵੀ ਹੋਏ, ਤੇ ਫਿਰ ਅਸੀਂ ਦੋਸ਼ ਦਈਏ ਵੀ ਕਮਾਲ ਹੈ ਕਲਗੀਆਂ ਵਾਲਿਆ ਤੂੰ ਬੌੜੀ ਕਿਉਂ ਨਹੀਂ ਕਰਦਾ। ਉਹਨੇ ਤੇ ਕਿਹਾ ਸੀਗਾ ਵੀ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੇਹੂੰ ਮੈਂ ਸਾਰਾ। ਉਹਦੇ ਤੇ ਕੀ ਸ਼ਿਕਾਇਤ ਕਰੋਗੇ, ਉਹਨੇ ਤੇ 4 ਪੁੱਤਰ ਵਾਰ ਤੇ ਇੱਕ ਵੀ ਨਹੀਂ ਛੱਡਿਆ ਪਿੱਛੇ।
ਜੇ ਮੈਂ ਜੀ ਬਾਤ ਕਰ ਰਿਹਾ ਸੀਗਾ ਅਜੇ ਥੋੜੀ ਦੇਰ ਪਹਿਲਾਂ ਹੀ ਇੱਥੇ ਦੀਵਾਨ ਵਿੱਚ ਜਨਮ ਸਾਖੀ 'ਚ ਇੱਕ ਜਗ੍ਹਾ ਜ਼ਿਕਰ ਮਿਲਦਾ, ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਗੱਲ ਕਰਦੇ ਤੇ ਕਹਿੰਦੇ ਬਾਬਾ ਜੀ ਗੱਲ ਇਹ ਹੈ ਕਿ ਤੁਸੀਂ ਹਮੇਸ਼ਾ ਕਹਿੰਦੇ ਸ਼ਬਦ ਨੂੰ ਜਪੋ, ਸ਼ਬਦ ਨਾਲ ਜੁੜੋ, ਸ਼ਬਦ ਹੀ ਸਭ ਕੁਝ ਆ। ਬਾਬਾ ਜੀ ਗੱਲ ਇਹ ਹੈ, ਇੱਕ ਤੇ ਸ਼ਬਦ ਉਹ ਆ ਜਿਹੜਾ ਤੁਸੀਂ ਮੈਨੂੰ ਆਵਾਜ਼ ਦੇ ਕੇ ਕਹਿੰਦੇ ਮਰਦਾਨਿਆਂ ਰਬਾਬ ਦੀਆਂ ਤਰਬਾਂ 'ਚੋਂ ਬਾਣੀ ਆਈ ਹੈ। ਮੈਂ ਰਬਾਬ ਸੁਰ ਕਰਦਾ, ਰਬਾਬ ਦੀ ਰਬਾਬ ਦੀਆਂ ਤਾਰਾਂ ਤੇ ਉਂਗਲਾਂ ਥਿਰਕਾਉਂਦਾ, ਤੁਸੀਂ ਇੱਕ ਅਲਾਹੀ ਨਗਮਾ ਆਪਣੀ ਸੁਰਤ ਚੋਂ ਝਰਨੇ ਦੀ ਤਰ੍ਹਾਂ ਫੁਟਾ ਦਿੰਦੇ, ਫਿਰ ਉਸਨੂੰ ਪੋਥੀਬੱਧ ਕਰਦੇ, ਕਲਮਬੱਧ ਕਰਕੇ ਲਿਖ ਲੈਂਦੇ। ਫਿਰ ਕਿਤੇ ਵਕਤ ਬਣਦਾ, ਕਿਤੇ ਸੰਗਤ ਹੁੰਦੀ ਜਾਂ ਤੁਹਾਡਾ ਆਪਣਾ ਚਿੱਤ ਹੁੰਦਾ, ਤੁਸੀਂ ਕਹਿੰਦੇ ਮਰਦਾਨਿਆਂ ਪੋਥੀ ਖੋਲ ਤੇ ਕੀਰਤਨ ਕਰ। ਫਿਰ ਤੁਸੀਂ ਸੁਣਦੇ ਮੈਂ ਕੀਰਤਨ ਕਰਦਾ। ਇੱਕ ਤੇ ਸ਼ਬਦ ਹੈ ਬਾਬਾ ਜੀ ਉਹ, ਜੇ ਤੇ ਉਹ ਸ਼ਬਦ ਹੈ ਠੀਕ ਹੈ, ਫਿਰ ਤੇ ਆਪਾਂ ਗਾ ਹੀ ਰਹੇ ਹਾਂ, ਪੜ੍ਹ ਰਹੇ ਹਾਂ, ਸਭ ਕੁਝ ਹੋ ਰਿਹਾ। ਕੋਈ ਹੋਰ ਵੀ ਸ਼ਬਦ ਹੈ ਜਿਹੜਾ ਮੈਨੂੰ ਨਹੀਂ ਪਤਾ, ਜਿਹੜਾ ਕੋਈ ਵਿਚਲਾ ਸ਼ਬਦ ਹੋਏ ਜਿਹੜਾ ਲੁਕਿਆ ਛਿਪਿਆ ਹੋਇਆ, ਮੈਂ ਕਿਤੇ ਤੁਹਾਡੇ ਕੋਲ ਰਵਾਂ, ਮੈਂ ਭੁਲੇਖੇ 'ਚ ਹੀ ਰਹਿ ਜਾਵਾਂ, ਮੈਨੂੰ ਸ਼ਬਦ ਹੀ ਨਾ ਮਿਲੇ। ਉਹ ਬਾਬਾ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਮਰਦਾਨਿਆਂ ਇਸੇ ਭੁਲੇਖੇ 'ਚੋਂ ਲੋਕਾਂ ਨੂੰ ਕੱਢਣਾ। ਕੋਈ ਐਸੀ ਚੀਜ਼ ਲੁਕਵਾ ਕੁਛ ਨਹੀਂ ਹੈਗਾ। ਇਹ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਉਹ ਮੰਤਰ ਨਹੀਂ ਹੈਗਾ। ਇਹ ਤੇ ਮੰਤਰ ਬੜਾ ਸਪਸ਼ਟ ਆ। ਇਸ ਤੋਂ ਬਾਅਦ ਕਿਵੇਂ ਪੜਾਂਗੇ ਤੇ ਕੀ ਚੀਜ਼ ਸੁਣਾਂਗੇ? ਤੋ ਪ੍ਰਸਾਦ ਸਵਈਏ ਪੜ੍ਹਦੇ ਹੋ ਤੁਸੀਂ, ਸਰਾਬਗ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ, ਉਹਦਾ 9ਵਾਂ ਸਵਈਆ ਪੜ੍ਹੋ। ਕਿਤਨੇ ਸੋਹਣੇ ਢੰਗ ਨਾਲ ਮਹਾਰਾਜ ਨੇ ਪ੍ਰੈਜੈਂਟੇਸ਼ਨ ਕੀਤੀ। ਸਾਚ ਕਹੋ ਸੁਣ ਲਿਓ ਸਭ ਹੈ। ਬਾਬਾ ਜੀ ਸਰਾਬਗ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ, ਜਦੋਂ ਇੱਥੋਂ ਸ਼ੁਰੂ ਕੀਤੀ ਗੱਲ, ਝੂਠ ਤੇ ਬੋਲ ਹੀ ਨਹੀਂ ਰਹੇ ਤੁਸੀਂ ਤੇ ਪ੍ਰੈਜ਼ੈਂਟ ਹੀ ਸੱਚ ਕਰ ਰਹੇ ਹੋ। ਇਸ ਤੋਂ ਅਲੱਗ ਸੱਚ ਦੇ ਕੋਈ ਪ੍ਰੈਜ਼ੈਂਟ ਕਰ ਹੀ ਨਹੀਂ ਸਕਦਾ। ਤੁਸੀਂ 8 ਸਵਈਏ ਪਹਿਲਾਂ ਲਿਖੇ ਨੇ ਇਹਦੇ ਵਿੱਚ, ਇਸੇ ਲੜੀ ਦੇ ਵਿੱਚ ਬਿਲਕੁਲ ਸੱਚ ਲਿਖਿਆ। ਆ 9ਵਾਂ ਲਿਖਣ ਲੱਗਿਆ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ? ਇਹਨੂੰ ਇਸ ਤਰ੍ਹਾਂ ਜਾਣੋ, ਆਮ ਸਮਾਜ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਬੱਚੇ ਨੂੰ ਕਈ ਵਾਰੀ ਗੱਲਾਂ ਅਸੀਂ ਸਾਰੀਆਂ ਚੰਗੀਆਂ ਕਹਿੰਦੇ ਹਾਂ, ਪਰ ਕੋਈ ਗੱਲ ਸਾਡੀਆਂ ਸਾਰੀਆਂ ਗੱਲਾਂ ਦਾ ਸੈਂਟਰਲ ਜਿਹੜਾ ਹੈਗਾ ਉਹਦਾ ਪੁਆਇੰਟ ਹੁੰਦਾ, ਉਹਦੇ 'ਚ ਲੱਭੋ ਲਬਾਬ ਹੁੰਦਾ, ਉਹਦੇ 'ਚ ਮੇਨ ਕਨਸੈਪਟ ਹੁੰਦਾ ਸਾਡੀ ਸਾਰੀ ਸਿੱਖਿਆ ਦਾ। ਬਾਬਾ ਜੀ ਉਹ ਵੀ ਉਸੇ ਤਰੀਕੇ ਦੇ ਨਾਲ ਉਸ ਚੀਜ਼ ਤੁਸੀਂ ਬੜੀ ਐਮਫਸਾਈਜ਼ ਕਰਦੇ ਸੀ, ਕਹਿੰਦੇ ਵੀ ਆਹ ਗੱਲ ਤੇ ਪੱਲੇ ਹੀ ਬੰਨ ਲੈ। ਮਤਲਬ ਪਹਿਲੀਆਂ ਜਿਹੜੀਆਂ ਤੁਸੀਂ 50 ਕਈਆਂ ਛੱਡਦੀ ਹੈ, ਨਹੀਂ ਉਹ ਵੀ ਕੋਡ ਰੱਖ, ਪਰ ਆਹ ਜਿਹੜੀ ਇਹ ਯੂਜ਼ਫੁਲ ਇੰਜ ਕਹਿ ਲਓ ਕਿ ਦੂਸਰਾ ਸਾਰਾ ਕੁਝ ਲੌਕ ਦੀ ਤਰ੍ਹਾਂ ਹੈ ਤੇ ਆਹ ਕੀ ਹੈ ਉਹਦੀ। ਜੇ ਉਹ ਕੀ ਨਾ ਹੋਏਗੀ ਤੇ ਗੱਲ ਨਹੀਂ ਬਣਨੀ। ਕਿਹਾ ਗਿਆ ਸਾਚ ਕਹੋ ਸੁਣ ਲਿਓ ਸਭ ਹੈ। ਮੈਂ ਸੱਚ ਬੋਲ ਰਿਹਾ ਤੇ ਕਿਸੇ ਇੱਕ ਵਾਸਤੇ ਨਹੀਂ ਬੋਲ ਰਿਹਾ, ਸਾਰੀ ਲੋਕਾਈ ਵਾਸਤੇ ਬੋਲ ਰਿਹਾ, ਸਭ ਵਾਸਤੇ ਬੋਲ ਰਿਹਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਸੋ ਐਸਾ ਆ ਕਿ ਸਭ ਨੂੰ ਉਪਦੇਸ਼ ਦਿੱਤਾ। ਪ੍ਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਸਾਰੇ ਜਹਾਨ ਲਈ ਸਾਂਝੀ ਰਚਨਾ ਹੈ, ਇਸ ਰੂਪ ਵਿੱਚ ਬਿਆਨ ਕੀਤਾ ਗਿਆ। ਸ਼ਬਦ ਸਭ ਲਈ ਇੱਕੋ ਹੀ ਸ਼ਬਦ ਹੈ, ਇਹੀ ਸ਼ਬਦ ਦੇ ਫਾਲੋਵਰ ਹੋਣਾ ਅਸੀਂ, ਕੋਈ ਹੋਰ ਵਿਚਲਾ ਲੁਕਵਾਂ ਸ਼ਬਦ ਨਹੀਂ ਹੈਗਾ। ਪਰ ਹਾਂ ਜਦੋਂ ਸ਼ਬਦ ਦੀ ਗੱਲ ਹੁੰਦੀ ਹੈ ਤੇ ਫਿਰ ਚੀਟ ਕਾਤੋਂ ਕਰਨਾ, ਸ਼ਬਦ ਦੇ ਜ਼ਰੀਏ ਹੀ ਜਾਣਾ। ਜੋ ਸ਼ਬਦ ਕਹਿੰਦਾ ਉਹਦੇ ਧਾਰ ਨਹੀਂ ਹੋਣਾ। ਜੇ ਸਮਾਜ ਆਪਣੀ ਵੈਲਿਊ ਸਿਸਟਮ ਨੂੰ, ਆਪਣੀਆਂ ਕਦਰਾਂ ਕੀਮਤਾਂ ਨੂੰ ਗੁਰੂ ਆਸ਼ੇ ਮੁਤਾਬਕ ਢਾਲੇਗਾ ਤੇ ਸਾਹੁਰੜੀ ਵਤ ਸਭ ਕੁਝ ਸਾਂਝੀ ਵਾਲੇ ਸੰਕਲਪ ਤੋਂ ਬਾਹਰ ਨਿਕਲੇਗਾ, ਸਾਂਝੀ ਵਾਲਤਾ ਦੇ ਸੰਕਲਪ ਨੂੰ ਮੰਨੇਗਾ, ਤੇ ਫਿਰ ਐਸੇ ਕਿਵੇਂ ਹੋ ਸਕਦਾ ਆ ਕਿ ਇਤਨੀ ਉਮਦਾ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਦੀ ਬਰਬਾਦੀ ਤੇ ਤਬਾਹੀ ਹੋ ਜਾਏ? ਨਹੀਂ ਹੋ ਸਕੇਗਾ। ਡੈਫੀਨੇਟਲੀ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਪਹਿਲਾਂ ਤੇ ਐਮਫਸਾਈਜ਼ ਕੀਤਾ ਜਾਏ ਨਾ, ਇੱਥੋਂ ਹੀ ਬਾਤ ਸ਼ੁਰੂ ਹੋਏਗੀ। ਸੋ ਸਾਹਿਬ ਕਹਿੰਦੇ ਕਿ ਹਾਲਤ ਇਹ ਹੈ ਕਿ ਹੋਂ ਆਪੋ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਇਹਨੂੰ ਕਿਹਾ ਗਿਆ ਜਿਵੇਂ ਬਾਣੀ ਲਿਖੀ ਗਈ ਐਵੇਂ ਪੜ੍ਹਨੀ ਹੈ। ਸੁਪਰਫਿਸ਼ਲ ਅੰਡਰਸਟੈਂਡਿੰਗ, ਸੌਰੀ ਮੈਂ ਅਗੇਨ ਸੇਇੰਗ, ਕਿਉਂਕਿ ਇਹਦਾ ਮਾਇਨਾ ਇਹ ਹੈਗਾ ਜਿਵੇਂ ਕਰਮਾਂ ਦੇ ਅੱਖਰ ਪਾਓਗੇ, ਮਦਰ ਨੇਚਰ ਦੀ ਜਿਹੜਾ ਵਿਧਾਨ ਆ ਉਵੇਂ ਪੜ੍ਹੇਗਾ ਉਹਨਾਂ ਨੂੰ। ਜੇ ਤੁਸੀਂ ਕਹਿੰਦੇ ਹੋ ਕਿ ਵਿਧਾਨ ਜਿਹੜਾ ਉਹਦੀ ਅਨਾਉਂਸਮੈਂਟ ਹੈ ਬਦਲ ਜਾਏ, ਸਾਡੇ ਬਾਬਤ ਡਿਫਰੈਂਟ ਜਿਹੜਾ ਹੈਗਾ ਨਰੇਟਿਵ ਹੋਏ, ਭਈ ਫਿਰ ਲਿਖੋ ਵੀ ਡਿਫਰੈਂਟ।
ਜੇ ਡਿਫਰੈਂਟ ਲਿਖੋਗੇ ਨਹੀਂ ਤੇ ਫਿਰ ਨਰੇਸ਼ਨ ਡਿਫਰੈਂਟ ਕਿਵੇਂ ਪੜ੍ਹੀ ਜਾਏਗੀ? ਨਰੇਟਿਵ ਤਾਂ ਉਹੀ ਬਣੇਗਾ ਜੋ ਲਿਖਿਆ ਜਾ ਰਿਹਾ। ਜੋ ਲਿਖਿਆ, ਜੇ ਲਿਖਾਵਟ ਬਦਲ ਗਈ ਤੇ ਡੈਫੀਨਿਟਲੀ ਲੋਕਾਂ ਦੀ ਆਵਾਜ਼ ਵੀ ਬਦਲੇਗੀ, ਮੁਹਾਜ ਵੀ ਬਦਲੇਗਾ। ਸੋ ਇਸ ਰੂਪ ਵਿੱਚ ਬਾਤ ਆਈ। ਇੱਥੇ ਬਾਬਾ ਜੀ ਨੇ ਬਿਆਨ ਕੀਤਾ ਕਿ ਭਾਵੇਂ ਤੂੰ ਆਲਮ ਫਾਜ਼ਲ ਹੈ, ਭਾਵੇਂ ਵਿਦਵਾਨ ਹੈ, ਭਾਵੇਂ ਬੜੀ ਸੋਝੀ ਹੈ ਤਿਸ ਨੂੰ, ਪਰ ਚੇਤਰ ਕੀ ਦੂਜਾ ਭਾਏ ਮਹਾ ਦੁੱਖ ਪਾਵੇ। ਜੇ ਦੂਜਾ ਪਾਇਆ, ਅਸਲ ਤੋਂ ਦੂਜਾ ਰਾਹ ਪਕੜ ਲਿਆ, ਫਿਰ ਮਹਾ ਦੁੱਖ ਤੇਰੇ ਵਾਸਤੇ। ਮਹਾ ਦੁੱਖ ਬੜਾ ਵੱਡਾ ਦੁੱਖ ਹੈ। ਉਹਦੀ ਗੱਲ ਕੀਤੀ। ਵਿਖਿਆ ਮਾਤੇ ਕਿਛ ਸੂਝੈ ਨਾਹੀਂ। ਵਿਖਿਆ ਮਾਤੇ, ਜ਼ਹਿਰ ਦੇ ਵਿੱਚ ਜਿਹੜੇ ਲੋਕ ਮਾਤੇ ਮਸਤ ਹੋ ਜਾਣ। ਹੁਣ ਜ਼ਹਿਰ ਦੀ ਮਸਤੀ ਕੀ ਹੈ? ਸ਼ਰਾਬ ਦੀ ਮਸਤੀ ਨੂੰ ਕੀ ਕਵਾਂਗੇ? ਜ਼ਹਿਰ ਦੀ ਮਸਤੀ ਹੈ। ਤੇ ਜਦੋਂ ਬੰਦਾ ਸ਼ਰਾਬੀ ਹੋ ਜਾਏ ਤੇ ਉਹ ਤੇ ਆਲ ਬਵਾਲ ਹੋ ਜਾਂਦਾ ਆ। ਤੇ ਸ਼ਰਾਬ ਸਿਰਫ ਐਥਨਲ ਕੈਮੀਕਲ ਅਲਕੋਹਲ ਜਾਂ ਕੋਈ ਸਬਸਟੈਂਸ ਨਹੀਂ ਹੁੰਦਾ, ਬੰਦੇ ਦੇ ਦਿਮਾਗ ਨੂੰ ਬੜਾ ਕੁਝ ਚੜ੍ਹਦਾ ਆ। ਮਾਫੀ ਮੰਗਾਂਗਾ, ਸਾਡੇ ਉੱਥੇ ਜਾਤਵਾਦ ਦਾ ਕਿੰਨਾ ਨਸ਼ਾ ਚੜਿਆ ਲੋਕਾਂ ਨੂੰ, ਜਿਹੜਾ ਉਤਰਨ ਦਾ ਨਾਂ ਹੀ ਨਹੀਂ ਲੈ ਰਿਹਾ। ਜੋ ਮਰਜ਼ੀ ਹੋ ਜੇ, ਮਤਲਬ ਉਹਦੇ ਤੋਂ ਥੱਲੇ ਉਤਰੋਗੇ, ਪੌੜੀ ਥੱਲੇ ਆਓਗੇ ਤਾਂ ਨਾ। ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਇੱਥੇ ਤੇ ਕਰਮਸ਼ੀਲ ਹੋਣ ਦੀ ਗੱਲ ਆ। ਇੱਥੇ ਬਾਤ ਕੀਤੀ ਕਿ ਬੰਦੇ ਦੇ ਗੱਲ ਇਹ ਹੈ ਕਿ ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਜੇ ਕੋਈ ਸਪੋਜ਼ ਆਪਾਂ ਕੋਈ ਫਾਰਮ ਹੀ ਭਰਨਾ ਹੋਏ ਤੇ ਫਾਰਮ ਦੇ ਉੱਤੇ ਲਿਖੀਏ, ਉੱਚ ਲਿਖਿਆ ਹੋਏ ਹਾਈਟ, ਬੰਦਾ ਲਿਖੇ ਮੇਰੇ ਦਾਦਾ ਜੀ 6.5 ਫੁੱਟ ਉੱਚੇ ਸੀ। ਭਲਿਆ ਨਾਮ ਤੇਰਾ ਆ, ਹਾਈਟ ਤੇਰੀ ਪਰ ਨਹੀਂ, ਇੱਥੇ ਦਾਦਾ ਜੀ ਦੀ ਨਹੀਂ, ਪਰ ਮੇਰੇ ਪੜਦਾਦਾ ਜੀ 7 ਫੁੱਟ ਵੱਡੇ ਸੀ। ਬੜੀ ਚੰਗੀ ਗੱਲ ਹੈ, ਵਿਰਾਸਤ ਹੈ ਤੇਰੀ, ਪਰ ਭਾਊ ਗੱਲ ਇਹ ਹੈ ਇੱਥੇ ਤੇ ਇਹੀ ਭਰਨਾ ਪਏਗਾ। ਤੂੰ ਕੀ ਹੈ? ਤੇਰਾ ਕੈਲੀਬਰ ਕੀ ਹੈ? ਇਹ ਲਾਸਟ ਨੇਮ ਦਾ ਕੈਲੀਬਰ ਨਹੀਂ ਆਉਣਾ ਇੱਥੇ। ਇੱਥੇ ਤੇ ਹੈ ਵੀ ਤੂੰ ਕਿੱਥੇ ਖੜਾ ਹੈ। ਤੇ ਜੇ ਬੰਦਾ ਪਿਛਲੇ ਉਸੇ ਰੂਪ ਨੂੰ ਢੰਡੋਰਾ ਪਿੱਟੀ ਜਾਏਗਾ ਤੇ ਬਾਬਾ ਜੀ ਸਿੱਧੇ ਤੌਰ ਤੇ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਬੁਖਾਰ ਚੜਿਆ ਤੇ ਸਾਡਾ ਸਾਰਾ ਗਾਣਾ ਵਜਾਣਾ ਸਾਰਾ ਦੇਖ ਲਓ, ਬੁਖਾਰ ਚੜਿਆ। ਬੁਖਾਰ ਤੇ ਜਿਵੇਂ ਬੰਦਾ ਪਾਗਲ ਹੋਇਆ ਹੁੰਦਾ ਨਾ, ਮਸਤਿਆ ਹੋਇਆ, ਸ਼ਰਾਬੀ ਹੋਇਆ। ਸਭ ਨੇ ਬਿਆਨ ਕੀਤਾ ਵਿਖਿਆ ਮਾਤੇ ਕਿਛ ਸੂਝੈ ਨਾਹੀਂ। ਕੁਝ ਵੀ ਨਹੀਂ ਸੁਝਦਾ, ਦਿਸਦਾ ਹੀ ਨਹੀਂ ਵੀ ਹਾਲਤ ਕੀ ਹੈ, ਕਿਸ ਚੀਜ਼ ਦੀ ਜਿਹੜੀ ਹੈ ਵਡਿਆਈ ਗਾਈ ਜਾ ਰਹੀ ਹੈ, ਕਿਸ ਚੀਜ਼ ਦੀ ਵਡਿਆਈ ਬਖਾਨ ਕੀਤੀ ਜਾ ਰਹੀ ਹੈ। ਮਤਲਬ ਪੈਰ ਪੈਰ ਤੇ ਠੋਕਰਾਂ ਨੇ, ਦੁੱਖ ਆ, ਤਕਲੀਫ ਹੈ, ਵੇਦਨ ਆ। ਕਿਆ ਵਿਖਿਆ ਮਾਥੇ ਕਿਛ ਸੂਝੈ ਨਾਹੀਂ। ਤੇ ਫਿਰ ਜੂਨੀ ਆਵਣਿਆ ਭਾਈ, ਫਿਰ ਜੂਨਾ ਤੇ ਹੰਡਾਏਗਾ। ਤੇ ਇਹ ਜੂਨਾ ਫਿਰ ਆਉਣਗੀਆਂ। ਰੀਇਨਕਾਰਨੇਸ਼ਨ ਦਾ ਕਨਸੈਪਟ ਤੇ ਹੈ ਹੀ ਹੈ, ਪਰ ਜਿਉਂਦੇ ਜੀ ਜੂਨਾ ਹੰਡਾਉਣੀਆਂ ਪੈਣਗੀਆਂ। ਇੱਥੇ ਹੀ ਜਿਹੜਾ ਹੈਗਾ ਬੰਦਾ ਰਿੰਗੇਗਾ ਧਰਤੀ ਤੇ ਕੀੜੇ ਬਣ ਕੇ। ਬੰਦੇ ਦੀ ਹਾਲਤ ਇਹ ਬਣੇਗੀ ਕਿ ਜਿਹੜਾ ਆ ਠੋਕਰਾਂ ਵੀ ਖਾਏਗਾ, ਚੋਟਾਂ ਵੀ ਖਾਏਗਾ, ਵੇਦਨ ਵੀ ਹੋਏਗਾ, ਤੇ ਸੁਣਵਾਈ ਵੀ ਨਹੀਂ ਹੋਏਗੀ। ਇਹਦੀ ਬਾਤ ਵੀ ਇਹਦੇ ਨਾਲ ਲੈ ਲਈ ਜਾਏ। ਅਗਲਾ ਬਚਨ ਲੈ ਲਈ ਇਹਦੇ ਨਾਲ। ਸਭ ਕਹਿੰਦੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ। ਵੇਦ ਪੜ੍ਹੇ ਹਰ ਰਸ ਨਹੀਂ ਆਇਆ। ਦੇਖੋ ਜਾਪ ਸਾਹਿਬ ਪੜ੍ਹਦੇ ਆ, ਆਡੀਠ ਧਰਮ ਅਤ ਢੀਠ ਕਰਮ। ਕਈ ਵਾਰ ਬੰਦਾ ਢੀਠ ਪੁਣੇ 'ਚ ਵੀ ਬੜੇ ਕੰਮ ਕਰੀ ਜਾਂਦਾ। ਵੀ ਸਪੋਜ਼ ਇਸ ਤਰ੍ਹਾਂ ਕਹਿ ਲਓ, आपने देखा होगा बड़ी जगह ਤੇ बड़ा सुपरफिशियल बिलीव सिस्टम या सुपरस्टिशियस बिलीव सिस्टम भी लोग फॉलो करते। आपने अजकल तो सोशल मीडिया ਤੇ बड़ा कुछ ऐसा आया। जे साउथ एशियन सारे खिते की बात करोगे तो ਇਹੋ ਜਿਹੇ ਖਿੱਤੇ ਵੀ ਹੈਗੇ ਨੇ ਜਿੱਥੇ ਲੋਕੀ ਨਾ ਗਾਵਾਂ ਦਾ ਵੱਗ ਲੈ ਕੇ ਆਉਂਦੇ ਤੇ ਉਹਨਾਂ ਦੇ ਅੱਗੇ ਲੰਮੇ ਪੈ ਜਾਂਦੇ, ਉੱਤੋਂ ਗਾਵਾਂ ਭਜਾਉਂਦੇ। ਹੁਣ ਪਸ਼ੂ ਗਾਂ ਜਿਹੜੀਆਂ ਮਤਲਬ ਡੰਗਰ ਹੈਗੇ ਨੇ, ਜਦੋਂ cattle animals they gonna run on human body, what's gonna happen? ਹੱਡੀਆਂ ਟੁੱਟਣਗੀਆਂ। ਬਾਅਦ ਦੇ ਵਿੱਚ ਜਿਹੜੇ ਖੜੇ ਹੁੰਦੇ ਤੇ 2 3 4 ਹੱਡੀਆਂ ਟੁੱਟੀਆਂ ਹੁੰਦੀਆਂ ਤੇ ਉਹ ਕਹਿੰਦੇ ਵੀ ਬੜੀ ਬਖਸ਼ਿਸ਼ ਹੋਈ ਹੈ, ਕਮਾਲ ਹੋ ਗਈ। ਮਤਲਬ ਮੇਰਾ ਤੇ ਕਿਸੇ ਦੀ ਉਂਗਲ ਟੁੱਟੀ, ਨਥਿੰਗ, ਯੂ ਡਿਡਨਟ ਗੈਟ ਐਨੀਥਿੰਗ। ਮੇਰੀਆਂ ਤਾਂ 2 ਬਾਹਾਂ ਟੁੱਟ ਗਈ, 2 ਥਾਵਾਂ ਤੇ, ਇੱਕ ਥਾਂ ਤੇ ਲੱਤ ਟੁੱਟ ਗਈ, ਬੜੀ ਬਖਸ਼ਿਸ਼ ਹੋਈ। ਹੁਣ ਇਹ ਕੀ ਹੈ? ਬਖਸ਼ਿਸ਼ ਹੈ। ਕਾਮਨ ਸੈਂਸ ਯੂਜ਼ ਕਰੀਏ ਇਹਦੇ ਵਾਸਤੇ। Does it make sense? Nonsense ਨਹੀਂ ਹੈ ਗੱਲ। ਪਰ ਇਹ ਹੈ ਜਿੰਨੇ ਇਹੋ ਜਿਹਾ ਬਲੀਵ ਕਰ ਬਣਾ ਲਿਆ, ਕੀ ਕਰੋਗੇ ਤੁਸੀਂ? ਇਹ ਰਸ ਨਹੀਂਗਾ, ਇਹ ਖੁਸ਼ੀ ਨਹੀਂਗੀ, ਇਹ ਦੁੱਖ ਆ। ਪਰ ਇੱਕ ਬਲੀਵ ਸਿਸਟਮ ਲੈ, ਇਹ ਬਲੀਵ ਹੈ ਜੀ। ਮਹਾਰਾਜ ਬਿਆਨ ਕਰਦੇ ਕਿ ਜਿਹਨੂੰ ਵੇਦ ਪੜ੍ਹੇ ਹਰ ਰਸ ਨਹੀਂ ਆਇਆ। ਕੁਝ ਇਹੋ ਜਿਹਾ ਧਰਮ ਕਰਮ ਕਰਦਾ ਜਿਹਦੇ ਵਿੱਚ ਰਸ ਤੇ ਹੈ ਹੀ ਨਹੀਂ, ਢੀਠ ਪੁਣੇ 'ਚ ਹੀ ਕਰੀ ਜਾ ਰਿਹਾ। ਤੇ ਇਹ ਚੀਜ਼ਾਂ ਸਮਾਜਾਂ ਵਿੱਚ ਅਕਸਰ ਹੁੰਦੀਆਂ। ਸਮਾਜ ਇਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਤਾੜਿਤ ਕਰਦਾ, ਉਸ ਚੀਜ਼ਾਂ ਨੂੰ ਕਰਦਾ। ਫਿਰ ਇਹ ਹੈ, ਇਹ ਤੇ ਕਹਿ ਕਿ ਇੱਕ ਕਾਮਨ ਸੈਂਸ ਵਿੱਚ ਪਾ ਕੇ ਚੀਜ਼ਾਂ ਨੂੰ ਤੁਸੀਂ ਨਾਪ ਤੋੜ ਸਕਦੇ ਹੋ।
ਪਰ ਕੁਝ ਚੀਜ਼ਾਂ ਯੂਨੀਵਰਸਲ ਕ੍ਰਾਈਟੀਰੀਆ ਵਿੱਚ ਫਿੱਟ ਬੈਠਦੀਆਂ ਨੇ। ਜਿਵੇਂ ਸਪੋਜ਼ ਸਰਲ ਕੀਤਾ ਜਾਏ ਇਸ ਨੂੰ, ਜਿਹੜੇ ਅੱਖਰ ਨੇ, ਲਫ਼ਜ਼ ਅੱਖਰ, ਅਲਫਾਜ਼, ਹਰਫ ਜਿਹੜੇ ਨੇ, ਇਹ ਬੰਦੇ ਦੇ ਅੰਦਰ ਦੀ ਸੋਝੀ, ਇਨਲਾਈਟਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕੈਰੀ ਕਰਦੇ ਨੇ। ਜਿੱਥੇ ਕੋਈ ਵੀ ਬੰਦਾ ਜਾਂ ਬੰਦਿਆਂ ਦੇ ਸਮੂਹ, ਕੌਮਾਂ ਕਹਿ ਲਓ, ਉਹਨਾਂ ਅੱਖਰਾਂ ਨੂੰ ਕੁਰੇਦਣ ਲੱਗ ਜਾਣ, ਬੁੱਝਣ ਲੱਗ ਜਾਣ, ਜਾਣਨ ਲੱਗ ਜਾਣ, ਉਹਨਾਂ ਨਾਲ ਨਾਤੇਦਾਰੀ ਬਣਾ ਲੈਣ, ਤੇ ਅਲਟੀਮੇਟਲੀ ਉਹ ਬਹੁਤ ਅਗਰਸਰ ਹੋ ਜਾਂਦੀਆਂ, ਅਗਲਵਾੜੀ ਹੋ ਜਾਂਦੀਆਂ, ਅੱਗੇ ਲੰਘ ਜਾਂਦੀਆਂ, ਆਪਣਾ ਤੇ ਆਪਣੇ ਆਲੇ ਦੁਆਲੇ ਦਾ ਫਾਇਦਾ ਕਰਨ ਦੇ ਕਾਬਿਲ ਹੋ ਜਾਂਦੀਆਂ। ਸਾਡੇ ਕੋਲ ਇਹਦੀ ਮਿਸਾਲ ਜਿਊ ਕਮਿਊਨਿਟੀ ਹੈ, ਸਾਡੇ ਕੋਲ ਇਹਦੀ ਮਿਸਾਲ ਜੈਪਨੀਜ਼ ਕਮਿਊਨਿਟੀ ਹੈ, ਬਹੁਤ ਸਾਰੀਆਂ ਕਮਿਊਨਿਟੀਜ਼ ਨੇ, ਪਰ ਸਿੰਪਲ ਮੈਂ ਬਾਤ ਕਰ ਰਿਹਾ ਹਾਂ। ਪਰ ਇਹ ਹੈ ਕਿ ਸਪੋਜ਼, ਸੌਰੀ ਟੂ ਸੇ, ਮੈਂ ਲਿਟਲ ਐਗਜ਼ਾਮਪਲ ਕਰਾਂ, ਉਹ ਕਿ ਮਾਂ ਜਾਂ ਪਿਤਾ ਆਪ ਤੇ ਮਹਿਫਲ 'ਚ ਬੈਠਾ ਹੋਏ, ਮਤਲਬ ਘਰ ਦੇ 4 ਮੈਂਬਰ ਆਏ ਨੇ, ਚਾਹ ਬਣੀ ਹੈ, ਪਕੌੜੇ ਬਣੇ ਨੇ, ਹੋਰ ਕੁਝ ਖਾਣ ਪੀਣ ਦਾ, ਜਾਂ ਮੈਂ ਤੇ ਚਾਹ ਪਕੌੜੇ ਕਿਹਾ, ਕੁਛ ਹੋਰ ਵੀ ਹੋ ਸਕਦਾ, ਕੌੜਾ ਪਾਣੀ ਵਗੈਰਾ ਉਹ ਵੀ ਲੈ ਆਂਦਾ ਸਾਰਾ, ਤੇ ਹਾ 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 ਹੂ ਠੱਠਾ ਚੱਲ ਰਿਹਾ, ਖੂਬ ਮਜ਼ੇ ਹੋ ਰਹੇ, ਗੱਲਾਂ ਹੋ ਰਹੀਆਂ ਪਿੰਡ ਦੀਆਂ, ਇੱਥੋਂ ਦੀਆਂ, ਸਭ ਉਸ ਰੂਪ ਵਿੱਚ। ਤੇ ਬੱਚਾ ਆ ਕੋਈ 10-12 ਸਾਲ ਦਾ, ਉਹਨੂੰ ਕਿਹਾ ਜਾਂਦਾ, ਓਏ ਚੱਲ ਕਿਤਾਬਾਂ ਪੜ੍ਹ, ਚੱਲ ਨੱਠ ਜਾ, ਆਪਣੀ ਸਟੱਡੀ ਕਰ ਜਾ ਕੇ। ਵਾਟ ਡੂ ਯੂ ਥਿੰਕ? ਉਹ ਪੜ੍ਹੇਗਾ? ਉਹਨੂੰ ਤੇ ਸਜ਼ਾ ਦੇਤੀ, ਪਨਿਸ਼ਮੈਂਟ ਦੇਤੀ। ਜਾਂ ਇਸ ਤਰ੍ਹਾਂ ਕਹਿ ਲਓ, ਬੰਦਾ ਆਪ ਜਾਂ ਮਾਂ ਜਾਂ ਪਿਤਾ ਆਪ ਸੈੱਲਫੋਨ ਚੱਕੇ ਜਾਂ ਡਿਵਾਈਸ ਚੱਕੇ, ਫੇਸਬੁੱਕ ਦੇ ਉੱਤੇ ਬੈਠਾ ਆਪਣਾ ਮੌਜ ਕਰ ਰਿਹਾ। ਬੱਚੇ ਨੂੰ ਕਹੇ, ਓਏ ਤੂੰ ਡਿਵਾਈਸ ਤੇ, ਨੋ ਨੋ ਨੋ, ਇਟਸ ਨੋਟ ਐਕਸੈਪਟੇਬਲ, ਕਿਤਾਬ ਚੱਕ, ਆਪਣੀ ਕਿਤਾਬ ਪੜ੍ਹ, ਆਪਣੀ ਜਿਹੜੀ ਟੈਕਸਟ ਬੁੱਕ ਪੜ੍ਹ, ਇਸ ਤਰੀਕੇ ਨਾਲ। ਉਹ ਪੜ੍ਹੇਗਾ? ਨੋ ਵੇ। ਜੇ ਪੜ੍ਹੇਗਾ ਤੇ ਪਨਿਸ਼ਮੈਂਟ ਹੋਏਗੀ। ਜਿਹੜੀਆਂ ਇਹ ਚੀਜ਼ਾਂ ਨੇ, ਇਹ এনवायरमेंट ਨਾਲ ਬਣਦੀਆਂ ਨੇ। ਜੇ ਆਪ ਇਸ ਤਰ੍ਹਾਂ ਜਾਣੋ, ਜਿਹੜੇ ਬਿਹੇਵੀਅਰਿਸਟ ਨੇ, ਜਿਨ੍ਹਾਂ ਨੇ ਬੜੀ ਲੌਂਗਟੀਟਿਊਡ ਲੈਵਲ ਤੇ ਸਟੱਡੀਜ਼ ਕੀਤੀਆਂ ਇਹਨਾਂ ਚੀਜ਼ਾਂ ਬਾਰੇ, ਹਿਊਮਨ ਬਿਹੇਵੀਅਰ ਤੇ, ਉਹਨਾਂ ਨੇ ਦੱਸਿਆ ਕਿ ਘਰਾਂ ਦੇ ਵਿੱਚ ਪੜ੍ਹਾਈ ਦਾ ਮਾਹੌਲ ਬਣਾਓਗੇ, ਪੋਸੀਬਿਲਿਟੀ ਹੈ ਅਰਾਊਂਡ ਐਵਰੇਜ ਲੈਵਲ ਤੇ 66% ਦੇ ਕਰੀਬ ਬੱਚੇ ਪੜ੍ਹ ਜਾਣਗੇ। ਫਿਰ ਵੀ ਪੋਸੀਬਿਲਿਟੀ ਹੈ ਅਰਾਊਂਡ 34% ਇਸ এনवायरमेंट ਦੇ ਬਾਵਜੂਦ ਵੀ ਨਹੀਂ ਪੜ੍ਹਨਗੇ, ਨਹੀਂ ਪੜ੍ਹਦੇ। ਟੋਟਲੀ ਡਿਫਰੈਂਟ ਚੋਇਸਸ ਬਣਾ ਲੈਂਦੇ ਨੇ। ਤੇ ਜਿੱਥੇ ਇਹੋ ਜਿਹਾ এনवायरमेंट ਹੀ ਨਾ ਬਣਾਇਆ ਜਾਏ, ਆਪ ਅੰਦਾਜ਼ਾ ਲਾਓ ਕੀ ਹੋਏਗਾ। ਪੋਸੀਬਿਲਿਟੀ ਕੋਈ ਨਹੀਂ। ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਚੀਜ਼ਾਂ ਦੇ ਬਾਬਤ ਗੁਰੂ ਸਾਹਿਬ ਆਪ ਜਦੋਂ ਬਾਣੀ ਦੀ ਗੱਲ ਕਰਦੇ, ਬਾਣੀ 'ਚ ਆਪ ਪ੍ਰਣਾ ਜਾਂਦੇ, ਪੂਰੀ ਤਰ੍ਹਾਂ ਹੁੰਦੇ, ਕਿਰਤੀ ਗਾਉਂਦੇ ਸਭ, ਫਿਰ ਹੌਲੀ ਹੌਲੀ ਸਿੱਖਾਂ ਨੂੰ ਪ੍ਰੇਰਦੇ। ਸੋ ਇਹ ਚੀਜ਼ ਆ, ਜਿਹੜਾ ਧਰਮ ਸ਼ਾਸਤਰ ਦੀ ਗੱਲ ਆ, ਇਹ ਰਸ ਦੀ ਗੱਲ ਆ, ਇਹ ਢੀਠਤਾ ਦੀ ਗੱਲ ਨਹੀਂ ਹੈ, ਇਹ ਫੋਰਸਫੁਲੀ ਨਹੀਂ ਹੁੰਦਾ ਕੁਝ ਵੀ। ਇਹਦੇ 'ਚ ਤੇ ਬੰਦੇ ਨੂੰ ਪ੍ਰੇਮ ਦੀ ਲਗਨ ਲੱਗਦੀ, ਹੌਲੀ ਹੌਲੀ ਜਾ ਕੇ ਲੱਗਦੀ। ਤੇ ਇਹਦੇ ਬਾਬਤ ਤੇ ਬਲਕਿ ਜੇ ਬੰਦਾ ਧੱਕਾ ਕਰੇ ਤੇ ਬੰਦੇ ਦਾ ਮਨ ਜਿਹੜਾ ਆ, ਉਹ ਇਸ ਪੱਖ ਤੋਂ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਉਹਨੂੰ ਲਾਗ ਲੱਗਣ ਦੀ ਬਜਾਏ ਉਹ ਅੱਕ ਜਾਂਦਾ। ਤੇ ਇਹੋ ਜਿਹੀ ਸਟੱਡੀਜ਼ ਵੀ ਹੈਗੀਆਂ ਨੇ। ਲੋਕਾਂ ਨੂੰ ਕਿਹਾ ਜਾਂਦਾ, ਤੁਸੀਂ ਹੁਣ ਸਿੱਖ ਹੋ ਗਏ ਹੋ ਜਾਂ ਪਰਿਵਾਰ 'ਚ ਕੋਈ ਪ੍ਰੋਬਲਮ ਹੈ, ਤੁਸੀਂ ਪਾਠ ਕਰਿਆ ਕਰੋ। ਤੇ ਬੱਚੇ, ਕਈ ਵਾਰ ਲੋਕਾਂ ਨੇ ਲਿਟਰਲੀ ਤੌਰ ਤੇ ਕਿਹਾ ਵੀ even though a part is very important thing for me, but when even I think about that I have to do part, it give me stress. ਉਹ ਤੇ ਸਟ੍ਰੈਸ ਰਿਲੀਜ਼ ਕਰਨ ਵਾਸਤੇ ਨੂੰ ਐਕਟੀਵਿਟੀ ਦਿੱਤੀ ਸੀ, ਉਹ ਸਟ੍ਰੈਸ ਦੇ ਰਹੀ ਹੈ, ਮਤਲਬ ਰਸ ਕੋਈ ਨਹੀਂ ਹੈਗਾ। ਫਿਰ ਇਹਦੀ ਜਾਂਚ ਵੀ ਹੈ। ਇਸੇ ਕਰਕੇ ਸਾਡੇ ਘਰ ਦੇ 'ਚ ਹੁਣ ਤੇ ਮਾਫੀ ਮੰਗਾਂਗਾ, ਇੰਸਟੀਟਿਊਸ਼ਨ ਨਹੀਂ ਰਹੇ ਸਾਡੇ ਉਸ ਕਿਸਮ ਦੇ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਦ ਜਿਹਨਾਂ ਨੂੰ ਅਸੀਂ ਕਹਿੰਦੇ ਸੀਗੇ, ਉਹ ਸਾਡੀਆਂ ਆਰਗੇਨਾਈਜ਼ੇਸ਼ਨ ਸੰਸਥਾਵਾਂ ਸੀਗੀਆਂ, ਜਿਹੜੀਆਂ ਸੰਸਥਾਵਾਂ ਇਹ ਚੀਜ਼ ਸਿਖਾਉਂਦੀਆਂ, ਇਹ ਪ੍ਰੀਤ ਸਿਖਾਉਂਦੀਆਂ ਸੀਗੀਆਂ। ਰੰਗ ਲਾਗਤ ਲਾਗ ਹੈ, ਜਿਹੜਾ ਉਹ ਲੱਗਦਾ ਰੰਗ ਹੌਲੀ ਹੌਲੀ ਲਾਗਤ ਲਾਗੇ ਹੈ। ਉਹ ਜਿਹੜੀ ਚੀਜ਼ ਆ, ਉਹ ਲਾਗ ਲੱਗਦੀ ਹੌਲੀ ਹੌਲੀ, ਉਹਦੇ 'ਚ ਹੌਲੀ ਹੌਲੀ ਕਰਕੇ ਬੰਦਾ ਇਨਵੈਸਟ ਕਰਦਾ ਆਪਣੀ ਐਨਰਜੀ, ਤੇ ਫਿਰ ਉਹਦੇ 'ਚ ਇੱਕ ਰਸ ਬਿਲਡ ਹੁੰਦਾ, ਫਿਰ ਪਤਾ ਲੱਗਦਾ। ਈਵਨ ਜੇ ਹੁਣ ਪਾਠ ਆ, ਮਾਫੀ ਚੰਗਾ ਮੈਂ ਇਹਨੂੰ ਇਸ ਤਰ੍ਹਾਂ ਜਾਣਨਾ, ਪਾਠ ਦੀ ਪਹਿਲਾ ਪੜਾਅ ਹੈਗਾ ਸਾਨੂੰ ਨਾ ਪਾਠ ਦਾ ਅੱਖਰ ਬੋਧ ਆਉਣਾ ਜ਼ਰੂਰੀ ਹੈ।
ਅੱਖਰ ਬੋਧ ਹੁੰਦਾ ਹੈ ਵੀ ਪਤਾ ਹੋਏ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ, ਕਿ ਇਹ ਜਿਹੜੇ ਅੱਖਰਾਂ ਦੀ ਲੈਟਰ ਦੀ ਪਹਿਚਾਣ ਹੋਏ, ਇਹਨਾਂ ਦੀ ਪ੍ਰੋਨਾਊਂਸੀਏਸ਼ਨ ਦਾ ਪਤਾ ਹੋਏ, ਵਾਵਲ ਕਿਵੇਂ ਸਾਊਂਡ ਕਰਦਾ, ਕਿਹੜਾ ਵਾਵਲ ਕਿਹਦੇ ਨਾਲ ਲੱਗ ਕੇ ਕਿਵੇਂ ਸਾਊਂਡ ਕਰਦਾ, ਇਹ ਸਾਰਾ ਕੁਝ ਇਹ ਹੈ ਅੱਖਰ ਬੋਧ। ਅੱਖਰ ਬੋਧ ਤੋਂ ਬਾਅਦ ਆਉਂਦਾ ਵਾਕ ਬੋਧ। ਵਾਕ ਬੋਧ ਆਉਂਦਾ ਜਦੋਂ ਅੱਖਰ ਜੁੜਦੇ ਨੇ ਤੇ ਫਿਰ ਉਹ ਕਿਵੇਂ ਸਾਊਂਡ ਕਰਦੇ ਨੇ, ਇਹ ਦੂਸਰਾ ਪੜਾਅ ਹੈਗਾ। ਤੇ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਇਹ ਆਲਮੋਸਟ ਇਹ ਬਹੁਤ ਬਹੁਤ ਪਰਫੈਕਟ ਵੇ ਨਾਲ ਕੰਮ ਕਰਦੀ ਸਾਰੇ ਦੀ ਸਾਰੀ। ਅੱਖਰ ਬੋਧ, ਫਿਰ ਵਾਕ ਬੋਧ, ਫਿਰ ਇਸ ਤੋਂ ਬਾਅਦ ਸਾਡਾ ਤੀਸਰਾ ਪੜਾਅ ਆਉਂਦਾ ਪਾਠ ਬੋਧ। ਪਾਠ ਬੋਧ ਇਸ ਤਰ੍ਹਾਂ ਜਾਣੋ ਕਿ ਮੈਂ ਤੇ ਆਪ ਬੜਾ ਅਦਨਾ ਜਾਂ ਮਨੁੱਖਾਂ ਸਟੂਡੈਂਟ ਕਹਿ ਲਓ ਇੱਕ ਤਰ੍ਹਾਂ ਦੇ ਨਾਲ, ਸਿੱਖ ਰਹੇ ਹਾਂ, ਲਰਨ ਕਰ ਰਹੇ ਹਾਂ। ਜੇ ਆਪਾਂ ਪਾਠ ਕਰਦੇ ਹਾਂ ਤੇ ਪਾਠ ਕਰਦਿਆਂ ਆਪਣਾ ਸਾਹ ਟੁੱਟਦਾ ਆ, ਪਾਠ ਕਰਦਿਆਂ ਆਪਾਂ ਉੱਕਦੇ ਹਾਂ, ਆਪਾਂ ਥੱਕਦੇ ਹਾਂ, ਇਹਦਾ ਮਤਲਬ ਆਪਾਂ ਨੂੰ ਪਾਠ ਬੋਧ ਨਹੀਂ ਹੈਗਾ। ਪਾਠ ਬੋਧ ਦਾ ਮਤਲਬ ਇਹ ਹੈ ਜਿਹੜੀ ਸਾਡੀ ਸਾਹ ਪ੍ਰਣਾਲੀ ਹੈ ਨੈਚੁਰਲ ਹੋ ਜਾਣੀ ਚਾਹੀਦੀ ਹੈ। ਉਹ ਨੈਚੁਰਲ ਤਾਂ ਹੋਏਗੀ ਜੇ ਸਾਡਾ ਪੌਜ਼ ਸਹੀ ਹੋਏਗਾ, ਪੌਜ਼ ਤੇ ਸੈਮੀ ਪੌਜ਼ ਸਹੀ ਜਾਣਗੇ। ਇਹਦੇ 'ਚ ਇੱਕ ਰਿਦਮ ਹੁੰਦਾ, ਜਿਵੇਂ ਤੁਸੀਂ ਦੇਖੋਗੇ ਜਿਹੜੇ ਮੈਰਾਥਨ ਰਨਰਸ ਹੁੰਦੇ ਨੇ ਜਾਂ ਜਿਹੜੇ ਆਮ ਜਿਹੜਾ ਰਨਿੰਗ ਕਰਦੇ ਨੇ, ਜੋਗਿੰਗ ਕਰਦੇ ਨੇ, ਤੇ ਜੇ ਉਹ ਆਰਡੀਨਰੀ ਬੰਦਾ ਸਾਡੇ ਤੁਹਾਡੇ ਵਰਗਾ ਬੰਦਾ ਭੱਜਣ ਲੱਗੇ ਤੇ ਮੇਰੇ ਖਿਆਲ ਦੇ 5-7 ਮਿੰਟਾਂ ਦੇ ਸਾਹ ਫੁੱਲ ਜਾਏਗਾ। ਇੱਕ ਬੰਦਾ ਘੰਟਾ ਭੱਜ ਰਿਹਾ ਤੇ ਘੰਟਾ ਭੱਜਣ ਤੋਂ ਬਾਅਦ ਫਿਰ ਲਿਟਰਲੀ ਤੌਰ ਤੇ ਸਿੰਪਲ ਤੌਰ ਤੇ ਵਾਕ ਕਰਕੇ ਆ ਰਿਹਾ, ਤੁਸੀਂ ਕਹੋਗੇ ਹੱਦ ਹੋ ਗਈ, ਇਹਦਾ ਤੇ ਸਾਹ ਹੀ ਨਹੀਂ ਫੁੱਲਿਆ। ਪਰ ਉਹਨੂੰ ਰਿਦਮ ਆ ਗਈ ਹੈ ਭੱਜਣ ਦੀ, ਉਹਨੂੰ ਪਤਾ ਲੱਗ ਗਿਆ ਹਾਊ ਟੂ ਐਕਚੁਅਲੀ ਡੂ ਦੈਟ। ਐਗਜ਼ੈਕਟਲੀ ਪਾਠ ਬੋਧ ਇਹ ਹੁੰਦਾ ਆ, ਬੰਦਾ ਐਕਸਰਸਾਈਜ਼ ਕਰਦਿਆਂ ਕਰਦਿਆਂ ਪਾਠ ਦੇ ਵਿੱਚ ਜਿਹੜਾ ਆਪਣੀ ਇਸ ਤਰੀਕੇ ਦੇ ਨਾਲ ਆਪਣੀ ਇਨਵੋਲਵਮੈਂਟ ਕਰ ਲੈਂਦਾ, ਫਿਰ ਇਹਦੇ 'ਚੋਂ ਇੱਕ ਰਸ ਜਨਰੇਟ ਹੁੰਦਾ ਆ। ਬੰਦੇ ਨੂੰ ਪਾਠ ਕਰਦਿਆਂ ਇੱਕ ਰਿਦਮ ਨੂੰ ਫੋਲੋ ਕਰਨ ਦਾ ਪਤਾ ਲੱਗਦਾ, ਫਿਰ ਪਾਠ ਹੁੰਦਾ, ਫਿਰ ਪਾਠ ਜਿਹੜਾ ਹੈਗਾ ਉਹਦੇ ਨਾਲ ਸੁਰਤ ਟਰੈਵਲ ਕਰਦੀ ਹੋਈ ਇੱਕ ਮਿਊਜ਼ੀਕਲ ਤੁਹਾਡੇ ਅੰਦਰ ਜਿਹੜੀ ਸਾਂਝ ਬਣਦੀ ਉਹਦੀ। ਇਹ ਕੋਈ ਲਾਸਟ ਪੜਾਅ ਨਹੀਂਗਾ। ਜੇ ਅਸੀਂ ਲਿਟਰੇਸੀ ਸਾਈਡ ਤੋਂ ਦੇਖਦੇ ਹਾਂ ਗੁਰਮਤਿ ਇੰਸਟੀਟਿਊਸ਼ਨਸ ਦੇ ਰੂਪ ਦੇ ਅੰਦਰ ਜੇ ਪੜ੍ਹਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਪਾਠ ਬੋਧ ਤੋਂ ਨੈਕਸਟ ਪੜਾਅ ਜਿਹੜਾ ਹੈਗਾ ਉਹ ਹੈਗਾ ਅਰਥ ਬੋਧ। ਪਰ ਅਰਥ ਬੋਧ ਵੀ ਫਾਈਨਲ ਮੰਜ਼ਿਲ ਨਹੀਂ ਹੈਗੀ। ਇਸ ਤੋਂ ਅਗਲਾ ਪੜਾਅ ਪਤਾ ਕੀ ਹੈਗਾ, ਉਹ ਹੈਗਾ ਆ ਜਿਹਨੂੰ ਅਸੀਂ ਭਾਵ ਬੋਧ ਕਹਿੰਦੇ ਆ। ਮੈਸੇਜ, ਵਾਟ ਇਜ਼ ਦ ਮੈਸੇਜ ਬਿਹਾਈਂਡ ਥੀਸ ਲਾਈਨਸ, ਮੈਂ ਕੀ ਪ੍ਰਾਪਤ ਕਰ ਰਿਹਾ। ਇਹ ਹੈ ਇੱਕ ਮਤਲਬ ਸੈਂਸੀਬਲ ਵੇ ਦੇ ਨਾਲ ਉਹਦੇ ਨਾਲ ਇੱਕ ਨਾਤੇਦਾਰੀ ਬਣਾ ਲੈਣੀ। ਫਿਰ ਇੱਥੇ ਜਾ ਕੇ ਅਸਲ ਵਿੱਚ ਪਾਠ ਦਾ ਰਸ ਆਉਂਦਾ, ਉਹ ਰਸ ਆਉਂਦਾ ਜਿਹੜਾ ਬੰਦੇ ਨੂੰ ਅਹਿਸਾਸ ਕਰਦਾ ਪਿਆ ਅੱਜ ਹੁਕਮ ਕੀ ਸੀ ਮੇਰੇ ਤੇ। ਇੱਕ ਨਾਤੇਦਾਰੀ ਰਿਸ਼ਤਾ ਬਣਦਾ ਗੁਰੂ ਦੇ ਨਾਲ। ਮਹਾਰਾਜ ਬਿਆਨ ਕਰਦੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ। ਫਿਰ ਕਿਹਾ ਵਾਦ ਵਖਾਣਾ ਮੋਹੇ ਮਾਇਆ, ਵਾਦ ਵਖਾਣਾ ਵਾਦ ਵਿਵਾਦ। ਮੈਨੂੰ ਕੁਝ ਪਤਾ ਲੱਗਾ ਮੈਂ ਦੂਜਿਆਂ ਦੀ ਟੋਕਾ ਟਕਾਈ ਕਰਨੀ ਸ਼ੁਰੂ ਕਰਾਂ। ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਹੈ, ਬਸ ਗੱਡੀ ਪਾਓ ਵੱਡੇ ਗੈਰੇਜ ਤੇ ਉਡਾ ਦਿਓ, ਚੱਲ ਕੀ ਜਾਣ ਦਿਓ ਕੀ ਚੱਲਦਾ। ਮਤਲਬ ਮਾਫੀ ਚਾਹਾਂਗਾ ਮੈਂ ਤੇ ਹੈ ਨਹੀਂਗਾ ਉਹਦੇ ਉੱਤੇ, ਪਰ ਮੈਨੂੰ ਪਤਾ ਲੱਗਾ ਵੀ ਬੜੇ ਬੜੇ ਵਿਦਵਾਨ, ਬੜੇ ਬੜੇ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਤੁਰੇ ਫਿਰਦੇ, ਸਾਰਾ ਕੁਝ ਟਕਰਾ ਰਹੇ, ਬੁਰੀ ਹਾਲਤ ਆ। ਮਤਲਬ ਇਸ ਤਰ੍ਹਾਂ ਕਹਿ ਲਓ ਕਿ ਦੇਖੋ ਮਦਰ ਨੇਚਰ ਦੇ ਲਾਅ ਨੂੰ ਦੇਖੋ ਕਿਸ ਤਰ੍ਹਾਂ ਹੁੰਦਾ ਆ। ਤੁਸੀਂ 2 ਕੰਕਰੀਟ ਦੇ ਪੀਸ ਚੱਕੋ ਤੇ ਆਪਸ ਵਿੱਚ ਪੜਾਓ, ਕੀ ਬਣੇਗਾ? ਡਿਸਟਰੈਕਸ਼ਨ ਕ੍ਰੀਏਟ ਹੋਏਗੀ ਤੇ ਕਦੀ ਇਹ ਨਹੀਂ ਅੱਗ ਚਿੰਗਾਰੀਆਂ ਨਿਕਲਣਗੀਆਂ ਉਹਦੇ ਚੋਂ। ਜਿਹੜਾ ਇੰਟਰੈਕਸ਼ਨ ਹੁੰਦੀ ਹੈ ਨਾ, ਇਹ ਐਕਚੁਅਲੀ ਜੇ ਮਨੁੱਖੀ ਮਨਾਂ ਦੀ ਹੁੰਦੀ ਹੈ ਤੇ ਇਹ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਭਾਵਪੂਰਤ ਰੂਪ ਦੇ ਵਿੱਚ ਦਿਨ ਰਾਤ ਨੂੰ ਮਿਲਦਾ, ਰਾਤ ਦਿਨ ਨੂੰ ਮਿਲਦਾ ਆ। ਇੱਕ ਮਰਜਿੰਗ ਹੁੰਦੀ ਹੈ। ਇੱਥੋਂ ਹੀ ਫਿਰ ਕਿਹਾ ਜਾਂਦਾ ਹੈਗਾ ਜਿਵੇਂ ਮੈਰਿਜ ਦੀ ਗੱਲ ਬਾਣੀ 'ਚ ਬਹੁਤ ਹੈ, ਵਿਆਹ ਦੀ, ਜਿਹੜਾ ਇਹ ਬੜਾ ਇੱਕ ਬੜੀ ਐਸਥੈਟਿਕ ਬੜੀ ਕਮਾਲ ਦੀ ਚੀਜ਼ ਹੈ। ਇਹਦੇ ਵਿੱਚ ਬੜੀ ਫੈਨੋਮੀਨਲ ਚੀਜ਼ ਆ। ਮਤਲਬ ਮਰਜ ਹੋ ਜਾਣਾ 2 ਚੀਜ਼ਾਂ ਦਾ ਆਪਸ ਵਿੱਚ, ਇੱਕ ਮਰਜਰ ਤੇ ਆ ਕੇ ਇਸ ਰੂਪ ਦੇ ਵਿੱਚ, ਦੈਟ ਇਜ਼ ਕਾਲਡ ਮੈਰਿਜ। ਸਾਨੂੰ ਤਾਂ ਮਾਫੀ ਚਾਹਾਂਗੇ ਉਸ ਮੈਰਿਜ ਦਾ ਵੀ ਨਹੀਂ ਪਤਾ, ਅਸੀਂ ਰੂਹਾਨੀ ਸਪਿਰਿਚੁਅਲ ਮੈਰਿਜ ਤੱਕ ਪਹੁੰਚਣਾ ਆ। ਪਰ ਬਾਬਾ ਜੀ ਨੇ ਤੇ ਬਿਆਨ ਕੀਤਾ, ਮਹਾਰਾਜ ਬਿਆਨ ਕਰਦੇ ਕਿ ਵਾਦ ਵਖਾਣਾ ਮੋਹੇ ਮਾਇਆ। ਫਿਰ ਉਹ ਵਿਦਵਤਾ ਦੇ ਰੰਗ 'ਚ ਵਾਦ ਵਖਾਣਾ, ਫਿਰ ਜਸਟ ਤੇ ਜਸਟ ਜਿਹੜੀ ਇਹ ਕੰਟਰੋਵਰਸੀ ਕ੍ਰੀਏਟ ਕਰਨੀ, ਉਹਦੇ ਵਿੱਚੋਂ ਹੀ ਸਭ ਲੱਭੋ ਲੁਭਾਵ ਪ੍ਰਾਪਤ ਕਰਨਾ। ਫਿਰ ਕਿਆ ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਗਿਆਨ ਮਤੀ ਦੇ ਵਿੱਚ ਸਦਾ ਹੀ ਅੰਧੇਰਾ ਰਹਿੰਦਾ, ਗੁਰਮੁਖ ਬੂਝ ਹਰ ਗਾਵਣਿਆ। ਪਰ ਜਿਹੜੇ ਗੁਰੂ ਵੱਲ ਮੂੰਹ ਕਰਦੇ ਉਹਨਾਂ ਨੂੰ ਗੁਰੂ
ਹਰੀ ਨੂੰ ਗਾਉਣ ਦੀ ਜਾਚ ਸਿਖਾ ਦਿੰਦਾ। ਹਰ ਗਾਵਣਿਆ ਉਹ ਫਿਰ ਇਸ ਲੈਵਲ 'ਤੇ ਆ ਜਾਂਦੇ ਕਿ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਦੇ ਵਿੱਚ ਆਪਾਂ ਕਿਸ ਰੂਪ ਵਿੱਚ ਲੱਗਣਾ ਹੈਗਾ ਆ। ਇਹ ਬਚਨ ਮਹਾਰਾਜ ਵਿੱਚ ਬਿਆਨ ਕਰਦੇ ਅੱਗੇ ਦੇ ਸ਼ਬਦ ਜੇ ਕੰਟੀਨਮ ਦੇ ਵਿੱਚ ਆ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ ਅੱਜ ਵਾਸਤੇ, ਕਿਉਂਕਿ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਣਗੇ, ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।